सतगुरु साहिब जीओ। एक ओंकार सतगुर प्रसाद। श्री नानक पाद पंकज बंदन पाद सिमरा अंगद निकंदन। गुर अमरदास हृदय नित ध्याओ जी। हृदय नित ध्याओ। श्री गुरु रामदास गुर अर्जन विघ्नन के नाशक। विघ्नन के नाशक। श्री हरगोबिंद सुख सुमत प्रकाशक। श्री हर राय नमो कर जोरी। नमो कर जोरी। श्री हरि कृष्ण मनाओ बहोरी। गुर तेग बहादुर परम कृपाला जी। परम कृपाला। श्री गुरु गोबिंद सिंह विशाला। तरुण पुन 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 सीसा। बंदो बार बार जगदीशा। जिसमें अमृत ज्ञान है माणक भगत बैराग। गुरु ग्रंथ साहिब ओंकार अनुराग। एक ओंकारा सतगुरु तेह प्रसाद सच। वाहिगुरु जी है विघ्न नाशन सोए। वाहिगुरु जी की फतेह है विघ्न विनाशन सोए। मारे गए फिरे सुखेत जीवत बंचो हो सुचेत। के खेलो लगो इस कार्य में विलंब ना लगो। वाहिगुरु जी का खालसा वाहिगुरु की फतेह। पावन भगत वशल निधान
जुगो जुग अटल। 10 गुरु ਸਾਹਿਬਾਨ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਗ੍ਰੰਥ ਸਾਹਿਬ ਜੀ ਦੀ ਅਪਾਰ ਰਹਿਮਤ ਬਖਸ਼ ਸਦਕਾ ਆਪ ਸਮੂਹ ਸੰਗਤ ਅਦਬ ਗੁਰੂ ਕੇ ਚਰਨਾਂ ਦੇ ਵਿੱਚ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਗੋਬਿੰਦ ਸਾਹਿਬ ਜੀ ਦੇ ਪਾਵਨ ਸਥਾਨ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਪਹੁੰਚੇ ਹੋ, ਹਾਜ਼ਰੀਆਂ ਭਰ ਰਹੇ ਹੋ ਔਰ ਸਤਿਗੁਰਾਂ ਦੀ रजा है, हुक्म है। मीहो पाया परमेश्वर पाया, जी जंत सब सुखी वसाया। सावन आया हे सखी, जल हर बरसन हार। नानक सुहागणी जिन यार। पातशाह जी अपार बख्शिश दे नाल तपत माहे ਠਾਂਡ ਵਰਤਾਈ। ਸਤਿਗੁਰਾਂ ਨੇ ਤਪਦੇ ਹੋਏ ਇਸ ਵਾਤਾਵਰਣ ਨੂੰ ਠੰਡਾ ਠਾਰ ਕੀਤਾ ਹੈ। ਬੇਅੰਤ ਜੀਵਾਂ ਦੀਆਂ ਪੁਕਾਰਾਂ ਹੁੰਦੀਆਂ ਹਨ ਔਰ ਉਹਨਾਂ ਦੀ ਪੁਕਾਰ ਸੁਣ ਕੇ ਮਾਲਕ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਮੇਘੇ ਨੋ ਫਰਮਾਨ ਹੋਆ, ਵਰਸੋ ਕਿਰਪਾ ਧਾਰ। ਤੇ ਮਾਲਕ ਸਭਨਾ ਨੂੰ ਰਿਜ਼ਕ ਦੇਣ ਵਾਲਾ ਹੈ, ਸਭਨਾ ਦੀ ਭਾਵਨਾ ਪੂਰੀ ਕਰਨ ਵਾਲਾ ਹੈ। ਉਹ ਸਤਿਗੁਰੂ ਜੀ ਤੋਂ ਉੱਠ ਕੇ ਭਾਵਨਾ ਪੂਰੀਆਂ ਕਰਦੇ ਹਨ। ਸ਼ਾਮ ਦਾ ਸਮਾਂ ਹੋਇਆ, ਦੀਵਾਨਾਂ ਦੀ ਆਰੰਭਤਾ ਦਾ। ਸਭ ਤੋਂ ਪਹਿਲਾਂ ਅਸੀਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਜੀ ਮੇਰ ਕਰਨ ਇਕਾਗਰਤਾ ਸਹਿਤ ਇਤਿਹਾਸ ਵਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਆਪਾਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਉਹਨਾਂ ਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਜਿਹੜਾ ਬਹੁਤ ਵੱਡਾ ਚਾਰਾਂ ਉਸ ਦਾ ਵਿਸਥਾਰ ਸਰਵਣ ਕਰਦੇ ਆ ਰਹੇ ਹਾਂ। ਪੈਂਦੇ ਖਾਂ ਇਸ ਜੰਗ ਦਾ ਕਾਰਨ ਬਣੇ। ਬਹੁਤ ਵੱਡੀ ਫੌਜ ਚਾੜ ਕੇ ਲੈ ਕੇ ਆਇਆ ਹੈ। ਅੰਮ੍ਰਿਤ ਵੇਲੇ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਬਾਦਸ਼ਾਹ ਸ਼ਾਹਜਹਾਨ ਦੀ ਫੌਜ ਜਿਹੜੀ ਕਾਲੇ ਪੈਂਦੇ ਖਾਂ ਦੀ ਅਗਵਾਈ ਦੇ ਵਿੱਚ ਆਈ ਹੈ, ਉਹਦਾ ਪਹਿਰ ਰਾਤ ਰਹਿੰਦਿਆਂ ਜਿਹੜਾ ਮੁਕਾਬਲਾ ਜੰਗ ਹੈ ਆਰੰਭ ਹੋਇਆ ਹੈ, ਜਿਹਦੇ ਵਿੱਚ ਲੱਖੂ ਸ਼ਾਹ ਮਾਰਿਆ ਗਿਆ ਹੈ, ਸ਼ਹਾਦਤ ਦਾ ਜਾਮ ਪੀ ਗਿਆ ਹੈ। ਉਧਰ ਅਨਵਰ ਖਾਂ ਔਰ ਇਸੇ ਤਰ੍ਹਾਂ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਪ ਪੈਂਦੇ ਖਾਂ ਦੀ ਇੱਛਾ ਸੀਗੀ ਕਿ ਮੈਂ ਮੁਕਾਬਲਾ ਕਰਨਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਪੈਂਦੇ ਖਾਂ ਕਿਉਂਕਿ ਹੰਕਾਰ ਦੇ ਵਿੱਚ ਸੀਗਾ ਕਿ ਮੇਰਾ ਸਰੀਰਕ ਬਲ ਬਹੁਤ ਤਗੜਾ ਹੈ, ਮੈਂ ਸਤਿਗੁਰਾਂ ਦੇ ਨਾਲ ਜੇ ਸਿੱਧਾ ਜੰਗ ਕਰਾਂ ਤੇ ਜਿੱਤ ਸਕਦਾ ਹਾਂ। ਪਹਿਲਾਂ ਮੈਂ ਜਾਣ ਬੁੱਝ ਕੇ ਪਰ ਹੁਣ ਮੈਂ ਜਾਣ ਬੁੱਝ ਕੇ ਹਾਰਾਂਗਾ ਨਹੀਂ। ਪਹਿਲਾਂ ਤਾਂ ਚਲੋ ਛੇਵੇਂ ਪਾਤਸ਼ਾਹ ਜੀ ਦੇ ਵਿੱਚ ਰਹਿੰਦਾ ਸੀਗਾ, ਉਹਨਾਂ ਦੇ ਘਰ ਦਾ ਖਾਂਦਾ ਸੀਗਾ, ਇਸ ਕਰਕੇ ਸਤਿਗੁਰਾਂ ਦੀ ਸ਼ਾਨ ਬਣੀ ਰਹੇ। ਮੈਂ ਇਸ ਕਰਕੇ ਹਾਰ ਜਾਂਦਾ ਸੀ ਅਭਿਆਸ ਮੈਚ ਦੇ ਵਿੱਚ, ਅਭਿਆਸ ਯੁੱਧ ਦੇ ਵਿੱਚ। ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਜਿੱਤ ਕੇ ਦਿਖਾਵਾਂਗਾ। ਬਾਦਸ਼ਾਹ ਨੂੰ ਇਹ ਗੱਲ ਕਹਿ ਕੇ ਆਇਆ ਪੈਂਦੇ ਖਾਂ, ਔਰ ਇੱਧਰ ਆਪਣੀ ਸੈਨਾ ਨੂੰ ਵੀ ਵਾਰ-ਵਾਰ ਕਹਿ ਰਿਹਾ ਸੀਗਾ। ਤੇ ਕਾਲੇ ਖਾਂ ਨੇ ਪੈਂਦੇ ਖਾਂ ਨੂੰ ਅੱਗੇ ਲਾਇਆ ਹੈ,
ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਪੈਂਦੇ ਖਾਨ ਦਾ ਹੈ। ਛੇਵੇਂ ਪਾਤਸ਼ਾਹ ਜੀ ਨੇ ਪੈਂਦੇ ਖਾਨ ਨੂੰ ਮੌਕਾ ਦਿੱਤਾ, ਇਹ ਪੈਂਦੇ ਖਾਨ ਪਹਿਲਾਂ ਤੂੰ ਵਾਰ ਕਰ ਲੈ, ਬਾਅਦ ਵਿੱਚ ਇੰਝ ਨਾ ਹੋਵੇ ਤੜਫਦਾ ਹੋਇਆ ਧਰਤੀ ਦੇ ਉੱਤੇ ਡਿੱਗਿਆ ਹੋਇਆ ਤੇਰੇ ਮਨ ਦੇ ਵਿੱਚ ਇਹ ਗੱਲ ਰਹਿ ਜਾਏ ਕਿ ਮੈਨੂੰ ਮੌਕਾ ਨਹੀਂ ਮਿਲਿਆ। ਪੈਂਦੇ ਖਾਨ ਨੂੰ ਪੈਂਦੇ ਖਾਂ ਪਰ ਛੇਵੇਂ ਪਾਤਸ਼ਾਹ ਜੀ ਦੇ ਉੱਪਰ ਪੈਂਦੇ ਖਾਨ ਨੇ 3 ਵਾਰ ਕੀਤੇ ਹਨ। ਸਤਿਗੁਰਾਂ ਨੇ ਬਚਾਓ ਕੀਤਾ। ਫਿਰ ਘੋੜੇ ਦੇ ਥੱਲੇ ਵੜ ਕੇ ਪੈਂਦੇ ਖਾਨ ਇਹ ਵੀ ਇਹਨੇ ਵਰਤਿਆ ਕਿ ਘੋੜਾ ਮੈਂ ਸੁੱਟ ਦੇਵਾਂ, ਸਤਿਗੁਰਾਂ ਨੂੰ ਡੇਗ ਦੇਵਾਂ, ਤਾਂ ਵੀ ਕਾਮਯਾਬ ਨਹੀਂ ਹੋਇਆ। ਫਿਰ ਸਤਿਗੁਰਾਂ ਨੇ ਢਾਲ ਦਾ ਵਾਰ ਕੀਤਾ, ਪੈਂਦੇ ਖਾਨ ਦੇ ਸਿਰ ਦੇ ਵਿੱਚ ਵੱਜਾ, ਪੈਂਦੇ ਖਾਨ ਧਰਤੀ ਤੇ ਡਿੱਗਿਆ ਹੈ। ਤੇ ਉਸ ਤੋਂ ਬਾਅਦ ਸਾਹਿਬ ਜੀ ਆਪ ਖਾਨ ਦਾ ਤੇ ਛੇਵੇਂ ਪਾਤਸ਼ਾਹ ਜੀ ਦਾ ਇੱਥੇ ਇੱਕ ਮੁਕਾਬਲਾ ਹੋਇਆ, ਜਿਹਦੇ ਵਿੱਚ ਹੁਣ ਸਤਿਗੁਰਾਂ ਨੇ ਵਾਰ ਕੀਤਾ ਹੈ, ਜਿਹਦੇ ਕਰਕੇ ਪੈਂਦੇ ਖਾਨ ਦਾ ਸਰੀਰ ਚੀਰ ਸੁੱਟਿਆ ਹੈ। ਤੇ ਜਦੋਂ ਧਰਤੀ ਤੇ ਧੁੱਪ ਦੁਪਹਿਰ ਦਾ ਸਮਾਂ ਹੈ ਤੇ ਸਤਿਗੁਰਾਂ ਨੇ ਆਖਿਆ ਤੇਰਾ ਅੰਤ ਹੋ ਗਿਆ ਹੈ, ਸੰਸਾਰ ਨੂੰ ਛੱਡ ਕੇ ਚੱਲਿਆ ਹੈ। ਇਸ ਕਰਕੇ ਅੱਲਾ ਨੂੰ ਖੁਦਾ ਨੂੰ ਤੇਰਾ ਤੁਰਕਾਂ ਦੇ ਘਰ ਦਾ ਜਨਮ ਹੈ, ਮੁਸਲਮਾਨ ਘਰਾਣੇ ਦਾ, ਇਸ ਕਰਕੇ ਅੱਲਾ ਨੂੰ ਪੜ੍ਹ ਲੈ, ਕੋਈ ਕਲਮਾ ਪੜ੍ਹ ਲੈ। ਪੈਂਦੇ ਖਾਂ ਹੁਣ ਜਾ ਕਰਕੇ ਹੰਕਾਰ ਜਿਹੜਾ ਸਿਰ ਤੇ ਚੜ੍ਹਿਆ ਉਹ ਲੱਥਾ ਹੈ, ਖਾ ਕੇ ਟੁਕੜੇ ਹੋ ਕੇ ਧਰਤੀ ਤੇ ਡਿੱਗਿਆ ਹੈ। ਤੇ ਥੋੜਾ ਜਿਹਾ ਬੋਲਿਆ ਰਸਨਾ ਤੋਂ, ਕਹਿਣ ਲੱਗਾ ਪਾਤਸ਼ਾਹ ਇਹ ਤੁਹਾਡੀ ਤਲਵਾਰ ਹੀ ਮੇਰੇ ਵਾਸਤੇ ਕਲਮਾ ਬਣ ਗਈ ਹੈ, ਸਤਿਗੁਰੂ ਜੀ ਬਖਸ਼ ਦੇਵੋ। ਹਰਗੋਬਿੰਦ ਸਾਹਿਬ ਜੀ ਦਇਆ ਦੇ ਘਰ ਦੇ ਵਿੱਚ ਔਰ ਸਤਿਗੁਰਾਂ ਨੇ ਪੈਂਦੇ ਖਾਨ ਦਾ ਸਰੀਰ ਤੜਫ ਰਿਹਾ ਹੈ। ਪਾਤਸ਼ਾਹ ਜੀ ਪੁਕਾਰ ਆਇਆ, ਆਖਰਕਾਰ ਪੈਂਦੇ ਦੇ ਵਿੱਚ ਰੱਖ ਕੇ ਸਤਿਗੁਰਾਂ ਨੇ ਪਾਲਿਆ ਹੈ, ਯੁੱਧ ਵਿਦਿਆ ਸਿਖਾਈ ਹੈ, ਸਭ ਤੋਂ ਚੰਗੇ ਸੋਹਣੀ ਪੁਸ਼ਾਕ ਤੇ ਨੂੰ ਦਿਆ ਕਰਦੇ ਸਨ ਔਰ ਇੱਕ ਮਹਾਨ ਜਰਨੈਲ ਬਣਾਇਆ ਹੈ। ਤੇ ਜਿਸ ਨੂੰ ਹੱਥੀਂ ਪਾਲਿਆ ਹੋਵੇ, ਜਦੋਂ ਸਤਿਗੁਰਾਂ ਨੇ ਆਪ ਵਾਰ ਕਰਕੇ ਧਰਤੀ ਤੇ ਡਿੱਗਿਆ ਹੈ ਤੇ ਸਤਿਗੁਰਾਂ ਦੇ ਨੇਤਰਾਂ ਦੇ ਵਿੱਚੋਂ ਵੀ ਉਸ ਵੇਲੇ ਦੇ ਨਾਲ ਉੱਪਰ ਛਾਂ ਕੀਤੀ ਹੈ। ਤੇ ਕੁਝ ਸਮੇਂ ਬਾਅਦ ਉੱਥੇ ਮਾਰਿਆ ਗਿਆ ਹੈ। ਇਧਰ ਪੈਂਦੇ ਖਾਨ ਦਾ ਜਿਹੜਾ ਜਵਾਈ ਸੀਗਾ, ਦਮਾਦ, ਉਹਨੇ ਗੁੱਸੇ ਦੇ ਵਿੱਚ ਆ ਕੇ ਮਰਨ ਕਰਕੇ ਇੱਕ ਤਗੜਾ ਹੱਲਾ ਜਦੋਂ ਕੀਤਾ ਹੈ ਤੇ ਇਧਰ ਬਾਬਾ ਗੁਰਦੇਵ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਕੋਲ ਇਹਨਾਂ ਜਿਹੜਾ ਪੈਂਦੇ ਖਾਨ ਦਾ ਉਹਦੇ ਨਾਲ ਮੁਕਾਬਲਾ ਖਾਨ ਦੇ ਵਿੱਚੋਂ ਪਾਰ ਹੋ ਗਿਆ ਹੈ। ਭਾਂਟਣੀਆਂ ਖਾਂਦਾ ਹੋਇਆ ਅਸਮਾਨ ਖਾਂ ਵੀ ਧਰਤੀ ਤੇ ਡਿੱਗਿਆ ਹੈ। ਇਹ ਜਰਨੈਲ ਮੈਦਾਨ ਦੇ ਵਿੱਚ ਮਾਰੇ ਅਨਵਰ ਖਾਂ, ਪੈਂਦੇ ਖਾਂ ਤੇ ਅਸਮਾਨ ਖਾਂ। ਹੁਣ ਕੇਵਲ 2 ਜਰਨੈਲ ਬਾਕੀ ਬਚੇ ਸਨ, ਕਾਲੇ ਖਾਂ ਤੇ ਦੂਸਰੇ ਪਾਸੇ ਕੁਤਬ ਖਾਂ। ਕੁਤਬ ਖਾਂ ਨੂੰ ਆਖਿਆ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ, ਜੰਗ ਜਿੱਤਣਾ ਮੁਸ਼ਕਲ ਲੱਗ ਰਿਹਾ ਹੈ। ਹੁਣ ਛੇਵੇਂ ਪਾਤਸ਼ਾਹ ਜੀ ਨੂੰ ਇੰਝ ਲੱਗਦਾ ਹੈ ਪਕੜਨਾ ਬਹੁਤ ਅਸੰਭਵ ਹੈ, ਹੁਣ ਨਹੀਂ ਪਕੜੇ ਜਾ ਸਕਦੇ। ਤੇ ਹੁਣ ਕੀ ਕਰਨਾ ਚਾਹੀਦਾ ਹੈ, ਜੇ ਪਿੱਛੇ ਹਟ ਗਏ ਤੇ ਬਾਦਸ਼ਾਹ ਨੂੰ ਜਾ ਕਰਕੇ ਕੀ ਮੂੰਹ ਦਿਖਾਵਾਂਗੇ, ਕਿਉਂਕਿ ਬਾਦਸ਼ਾਹ ਦੇ ਕੋਲ ਵਾਅਦਾ ਕਰਕੇ ਆਏ ਹਾਂ ਅਸੀਂ ਜਿੱਤਾਂਗੇ, ਜਾਂ ਜਿੱਤਾਂਗੇ ਸਤਿਗੁਰਾਂ ਦੇ ਉੱਪਰ ਜਿੱਤ ਤਾਂ ਪ੍ਰਾਪਤ ਕਰਾਂਗੇ। ਬਾਦਸ਼ਾਹ ਜੀ ਨੂੰ ਨਾ ਫਿਰ ਜੰਗ ਦੇ ਮੈਦਾਨ ਦੇ ਵਿੱਚ ਖਤਮ ਕਰ ਦੇਵਾਂਗੇ, ਪਰ ਹੋਇਆ ਕੁਝ ਵੀ ਨਹੀਂ ਹੈ। ਹੁਣ ਫਿਰ ਕੁਤਬ ਕੀ ਹੈ, ਬਾਦਸ਼ਾਹ ਤੇ ਸਾਰੇ ਵਜ਼ੀਰ, ਸਾਰੇ ਜਿਹੜੇ ਹੋਰ ਸੂਬੇਦਾਰ ਸਾਡੇ ਤੇ ਹੱਸਣਗੇ। ਏਡੀ ਵੱਡੀ ਸੈਨਾ ਲੈ ਕਰਕੇ ਗਏ ਸਨ,
ਕੋਈ ਬਾਦਸ਼ਾਹ ਨਹੀਂ ਹਨ, ਉਹਨਾਂ ਦੇ ਉੱਪਰ ਵੀ ਜਿੱਤ ਪ੍ਰਾਪਤ ਨਹੀਂ ਕਰਕੇ ਆ ਸਕੇ। ਇਸ ਕਰਕੇ ਹੁਣ ਕਾਲੇ ਉਸ ਵੇਲੇ ਖਾਂ ਇੱਕ ਸੂਬੇਦਾਰ ਹੈ ਤੇ ਇੱਕ ਪਿਸ਼ੌਰ ਦਾ ਲੱਗੇ, ਪਿੱਛੇ ਜਾਣ ਦਾ ਕੋਈ ਹੁਣ ਰਾਹ ਨਹੀਂ ਰਹਿ। ਹੁਣ ਤਾਂ ਸਤਿਗੁਰਾਂ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਲੜਨਾ ਹੀ ਪਏਗਾ, ਪਿੱਛੇ ਮੁੜਨਾ ਸਾਡਾ ਠੀਕ ਨਹੀਂ ਹੈ। ਕਾਲੇ ਖਾਨ ਨੇ ਫਿਰ ਸਾਰੀ ਸੈਨਾ ਤਿਆਰ ਕੀਤੀ ਹੈ, ਇੱਕ ਵਾਰੀ ਤਗੜੇ ਹੋ ਕੇ ਇਕੱਠੇ ਹੋ ਕੇ ਤੇ ਵੱਡਾ ਹਮਲਾ ਕਰੀਏ, ਅਸੀਂ ਤਾਂ ਚਲੋ ਮਰਨਾ ਹੀ ਹੈ, ਸਾਡੇ ਕੋਲ ਤਾਂ ਹੋਰ ਕੋਈ ਰਾਹ ਨਹੀਂ ਰਹਿ ਗਿਆ। ਜੇ ਹੀ ਵਾਪਸ ਮੁੜੇ ਵੀ ਤੇ ਬਾਦਸ਼ਾਹ ਨੇ ਸਾਨੂੰ ਛੱਡਣਾ ਨਹੀਂ ਹੈ। ਤੇ ਪਰ ਜੇ ਸਾਡਾ ਦਾ ਪੇਚ ਚੱਲ ਗਿਆ ਤੇ ਸਤਿਗੁਰਾਂ ਦੇ ਉੱਪਰ ਜਿੱਤ ਪ੍ਰਾਪਤ ਹੋ ਗਈ ਤੇ ਸਾਡਾ ਕੰਮ ਤੇ ਬਹੁਤੇ ਫੱਟ ਨਹੀਂ ਲੱਗੇ, ਜਾਂ ਜਿਹੜੇ ਬਚ ਗਏ ਹਨ ਸਾਰੇ ਸੁਚੇਤ ਹੋ ਤਗੜਾ ਹਮਲਾ ਕਰਨਾ ਹੈ। ਮਾਰ ਕੇ ਘੇਰੋ ਲੱਗਿਆ ਜਾਂ ਜਿਹਨੂੰ ਤੇ ਪਾਤਸ਼ਾਹ ਜੀ ਦੇ ਜਿਹੜੇ ਬਚੇ ਹੋਏ ਹਨ ਉਹਨਾਂ ਨੂੰ ਖਤਮ ਕਰ ਦਵੋ। ਕਹਿ ਲੇਹੋ ਮਾਰ ਕਹਿ ਘੇਰੋ ਹੋ, ਤੇ ਜਾਂ ਉਹਨਾਂ ਲਈਏ ਜੀ। ਕਾਰਜ ਮੈਂ ਬਿਲਮ ਨਾ ਲਵੋ। ਔਰ ਇਹ ਜਿਹੜਾ ਕਾਰਜ ਹੈ ਇਸ ਕਰਨ ਦੇ ਵਿੱਚ ਹੁਣ ਦੇਰੀ ਨਾ ਕਰ। ਭਾਵ ਤਕਰੀਬਨ 4:30 ਦਾ ਸਮਾਂ ਸਵੇਰ ਤੋਂ ਹੋ ਗਿਆ ਹੈ ਤੇ ਇਸ ਤਰ੍ਹਾਂ 8-9 ਘੰਟੇ ਦਾ ਜੰਗ ਕੀਤਾ ਹੈ। ਤੇ ਸਾਰੇ ਜਿਹੜੇ ਜਰਨੈਲ ਔਰ ਯੋਧੇ ਕਾਲੇ ਖਾਨ ਦੇ ਬਾਦਸ਼ਾਹ ਦੀ ਜਿਹੜੀ ਫੌਜ ਲਾਹੌਰ ਤੋਂ ਆਈ ਹੈ, ਉਹਦੇ ਸੈਨਾਪਤੀ ਯੋਧੇ ਤੇ ਘੋੜੇ ਥੱਕੇ ਹੋਏ ਹਨ ਤੇ ਕਹਿਣ ਲੱਗੇ ਪਰ ਸਾਡੇ ਕੋਲ ਹੁਣ ਨਾ ਤਾਂ ਸਾਹ ਲੈਣ ਦਾ ਕੋਈ ਸਮਾਂ ਹੈ ਤੇ ਨਾ ਹੀ ਪਿੱਛੇ ਹਟਣ ਦਾ ਕੋਈ ਵੇਲਾ ਹੈ, ਤੇ ਨਾ ਹੀ ਅਸੀਂ ਇਸ ਜੰਗ ਨੂੰ ਹੁਣ ਟਾਲ ਸਕਦੇ ਹਾਂ। ਇਸ ਕਰਕੇ ਅੱਗੇ ਹੋ ਕੇ ਲੜਨਾ ਪਏਗਾ ਤੇ ਇੱਕ ਤਗੜਾ ਹਮਲਾ ਕਰਕੇ ਜਿੱਤ ਲਈਏ ਜੀ। ਤੇ ਇਹ ਸਾਰਾ ਕੁਝ ਸੁਣ ਕੇ ਇਮ ਸੁਣ ਕੇ ਤਬ ਕਾਲੇ ਖਾਨਾ, ਇਸ ਤਰ੍ਹਾਂ ਕਾਲੇ ਖਾਨ ਦੀਆਂ ਸਾਰੀਆਂ ਗੱਲਾਂ ਬੜੇ ਧਿਆਨ ਦੇ ਨਾਲ ਸਾਰੇ ਯੋਧਿਆਂ ਨੇ ਸੁਣੀਆਂ ਹਨ। ਤੇ ਉਸੇ ਵੇਲੇ ਹੁਕਮ ਦੇ ਅਨੁਸਾਰ ਬਹੁਤ ਵੱਡੇ ਨਗਾਰੇ ਉੱਚੀ ਆਵਾਜ਼ ਦੇ ਵਿੱਚ ਇੱਕ ਦਲ ਚੜ੍ਹਾਈ ਕਰਨ ਲੱਗਿਆ ਇਕੱਠਾ ਹੋ ਕੇ। ਅਖੀਰ ਵਾਲਾ ਹਮਲਾ ਜਿਹੜਾ ਹੈ, ਫੈਸਲਾ ਕੁੰਨ ਜਿਹੜੀ ਲੜਾਈ ਹੈ ਉਹ ਸ਼ੁਰੂ ਹੋਣ ਲੱਗੀ ਹੈ। ਤੇ ਨਗਾਰਾ ਵੱਜਣ ਦੇ ਨਾਲ ਸਾਰੇ ਤੇ ਆ ਕਰਕੇ ਕਾਲੇ ਖਾਂ ਜਿਹੜਾ ਮੁਖੀ ਹੈ ਫੌਜ ਦਾ, ਉਹਦੇ ਸਾਹਮਣੇ ਤੇ ਕੁਝ ਪਿੱਛੇ ਲੱਗ ਗਏ ਹਨ। ਤੇ ਹੁਣ ਵੱਡਾ ਇੱਕ ਦਲ ਬਣਾ ਕਰਕੇ, ਬਹੁਤ ਵੱਡਾ ਟੋਲਾ ਬਣਾ ਕਰਕੇ ਸਾਰੇ ਜਰਨੈਲਾਂ ਦਾ ਤੇ ਯੋਧਿਆਂ ਦਾ ਤੇ ਨਗਾਰੇ ਵਜਾ ਕਰਕੇ ਇੱਕ ਵੱਡਾ ਜਿਹੜਾ ਦਲ ਹੈ ਉਹ ਤਿਆਰ ਹੋਇਆ ਹੈ। ਤੇ ਕਾਲੇ ਖਾਨ ਨੇ ਫਿਰ ਇੱਕ ਗੱਲ ਕਹੀ ਹੈ ਆਪਣੇ ਯੋਧਿਆਂ ਦੇ ਵਿੱਚ ਬਲ ਭਰਨ ਵਾਸਤੇ ਕਿ ਭਾਈ ਜਿਸ ਕਿਸੇ ਨੂੰ ਆਪਣੇ ਪ੍ਰਾਣਾਂ ਦੀ ਪਰਵਾਹ ਹੈ, ਆਪਣੀ ਜਾਨ ਪਿਆਰੀ ਹੈ, ਤੇ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਜਿਹਦਾ ਜਾਨ ਨੂੰ ਮਨ ਨਹੀਂ ਕਰਦਾ, ਜੋ ਅਬ ਪ੍ਰਾਨਨ ਪਿਆਰੇ ਕਰੈ, ਜਿਹਦਾ ਆਪਣੀ ਜਾਨ ਦੇ ਨਾਲ ਆਪਣੇ ਸਰੀਰ ਦੇ ਨਾਲ ਜਿਹਨੂੰ ਸਨੇਹ ਆ ਰਿਹਾ ਹੈ, ਪਿਆਰ ਆ ਰਿਹਾ ਹੈ, ਤੇ ਜਿਹਦਾ ਧਿਆਨ ਆਪਣੇ ਪੁੱਤਰਾਂ ਦੇ ਵਿੱਚ, ਆਪਣੇ ਬੱਚਿਆਂ ਦੇ ਵਿੱਚ, ਪਰਿਵਾਰ ਦੇ ਵਿੱਚ ਜਾਂ ਘਰ ਵਾਲੀ ਦੇ ਵਿੱਚ ਜਿਨ੍ਹਾਂ ਦਾ ਧਿਆਨ ਪਿੱਛੇ ਹੈ, ਕਹਿਣ ਲੱਗਾ ਸੁਤ ਬਨਤਾ ਘਰ ਪ੍ਰੀਤੀ ਧਰੈ, ਤੇ ਜਿਹਦਾ ਵਾਰ-ਵਾਰ ਖਿਆਲ ਘਰ ਦੇ ਵਿੱਚ ਹੀ ਹੈ। ਕਹਿਣ ਲੱਗਿਆ ਕਿ ਉਹ ਯੋਧੇ, ਉਹ ਜਿਹੜੇ ਸਾਡੇ ਸੈਨਿਕ ਹਨ ਉਹ ਪਿੱਛੇ ਹਟ ਜਾਣ। ਹਟ ਜਾਓ ਸ਼ਸਤਰ ਕੋ ਤਿਆਗੋ, ਕਹਿਣ ਲੱਗੇ ਹਟ ਜਾਓ ਤੇ ਸ਼ਸਤਰ ਸੁੱਟ ਦੇਵੋ, ਜਿਨ੍ਹਾਂ ਦਾ ਖਿਆਲ ਪਿੱਛੇ ਹੈ। ਤੇ ਕਹਿਣ ਲੱਗਾ ਫਿਰ ਕਾਲੇ ਖਾਂ ਆਪਣੀ ਫੌਜ ਨੂੰ ਵੰਗਾਰ ਕੇ ਕਿ ਭਾਈ ਨੀਅਤ ਦੇ ਨਾਲ ਵੱਡਾ ਹਮਲਾ ਕਰਨਾ ਹੈ, ਇੰਜ ਨਾ ਹੋਵੇ ਜੰਗ ਦੇ ਮੈਦਾਨ ਦੇ ਵਿੱਚ ਚਲੇ ਵੀ ਜਾਵੋ ਤੇ ਆਪਣੀ ਜਾਨ ਬਚਾਉਣ ਵਾਸਤੇ ਫਿਰ ਇੱਧਰ ਉੱਧਰ ਹੋ ਜਾਇਓ। ਇਸ ਤਰ੍ਹਾਂ ਹੋਵੋਗੇ ਤੇ ਸਾਡਾ ਬਲ ਨਹੀਂ ਪਏਗਾ। ਕਿਉਂਕਿ ਕਈ ਵਾਰ ਜਦੋਂ ਜਰਨੈਲਾਂ ਨੂੰ, ਯੋਧਿਆਂ ਨੂੰ ਪਤਾ ਲੱਗ ਜਾਂਦਾ ਸੀਗਾ
ਕਿ ਜੰਗ ਦਾ ਅੰਤ ਕੀ ਹੋਣ ਵਾਲਾ ਹੈ। ਤੇ ਕਈ ਵਾਰੀ ਜਿਹੜੀ ਤਨਖਾਹੀਆ ਫੌਜ ਹੁੰਦੀ ਸੀਗੀ, ਉਹਨਾਂ ਨੂੰ ਇਹ ਹੁੰਦਾ ਸੀਗਾ ਕਿ ਛੱਡੋ ਖਹਿੜਾ, ਹੁਣ ਜਿੱਤਿਆਂ ਤਾਂ ਜਾਣਾ ਨਹੀਂ ਹੈ, ਚਲੋ ਘਰ ਨੂੰ ਪਰਤ ਜਾਂਦੇ ਹਾਂ ਤੇ ਫੌਜ ਦੇ ਵਿੱਚ ਭਰਤੀ ਹੋ ਜਾਵਾਂਗੇ। ਹੁਣ ਕਹਿਣ ਲੱਗਾ ਕਿ ਭਾਈ ਉਹ ਪਿੱਛੇ ਹਟ ਜਾ, ਅਪਰ ਜੀਵਕਾ ਕਰਬੇ ਲਾਗੋ, ਕੋਈ ਹੋਰ ਕੰਮ ਕਰ। ਫੌਜ ਦੇ ਵਿੱਚ ਤਾਂ ਜੰਗ ਦੇ ਮੈਦਾਨ ਪਏ ਹੈ, ਉਹ ਆਪਣੀ ਰੋਟੀ ਵਾਸਤੇ ਕੋਈ ਹੋਰ ਤੇ ਜਿਹੜਾ ਵੱਡਾ ਜੰਗ ਪਰ ਤਿਆਰ ਹੈ, ਜਿਹੜਾ ਦਿਲੋਂ ਜੰਗ ਦੇ ਮੈਦਾਨ ਦੇ ਵਿੱਚ ਜਾਨ ਦੀ ਪਰਵਾਹ ਕਰ ਨਾ ਤੇ ਕੇਵਲ ਉਹੀ ਯੋਧਾ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰਨ ਕਰਕੇ ਤੇ ਸਾਡੇ ਨਾਲ ਚੱਲੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਸਤੇ। ਸੋ ਬਨ ਸੋ ਭੱਟ ਚਲੋ ਹਮ ਸੰਗ, ਚਲੋ ਉਹੀ ਯੋਧੇ ਚੱਲਣ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ। ਤੇ ਪਰ ਇੱਕ ਗੱਲ ਹੈ, ਮੈਂ ਫੌਜ ਦਾ ਮੁਖੀ ਹਾਂ ਤੇ ਜਿਹੜਾ ਸਾਡਾ ਸਾਥ ਦੇਵੇਗਾ, ਜੇ ਸਾਡਾ ਦਾਅ ਚੱਲ ਗਿਆ, ਸਾਡਾ ਦਲ ਜਿੱਤ ਗਿਆ ਤੇ ਬਾਦਸ਼ਾਹ ਦੇ ਘਰ ਦੇ ਵਿੱਚ ਜਾ ਕਰਕੇ ਤੇ ਉਹਨਾਂ ਯੋਧਿਆਂ ਨੂੰ ਬਹੁਤ ਵੱਡਾ ਧਨ ਇਨਾਮ ਸੋਨਾ ਚਾਂਦੀ ਦਿੱਤਾ ਜਾਏਗਾ। ਤੁਸੀਂ ਰਲ ਕੇ ਜਿੱਤ ਪ੍ਰਾਪਤ ਕਰ ਲਓ, ਜੀਤ ਲਿਓ, ਧਨ ਗਨ ਕੋ ਪਾਵੋ। ਕਹਿਣ ਲੱਗੇ ਸਾਰੀਆਂ ਇਹ ਦਾਤਾਂ, ਇਹ ਇਨਾਮ ਮੈਂ ਦੇ ਕੋਲ ਸਿਫਾਰਿਸ਼ ਕਰਕੇ ਤੁਹਾਨੂੰ ਦਿਵਾਵਾਂਗਾ। ਤੇ ਜਿਹੜਾ ਅੱਜ ਜੰਗ ਦੇ ਮੈਦਾਨ ਦੇ ਵਿੱਚ ਡਟੇਗਾ, ਲੜੇਗਾ ਤੇ ਸਾਨੂੰ ਜਿੱਤ ਦਿਵਾਏਗਾ, ਉਹ ਫਿਰ ਸਾਰੇ ਤਰ੍ਹਾਂ ਦੇ ਸੁੱਖ ਵੀ ਭੋਗੇਗਾ। ਕਹਿਣ ਲੱਗੇ ਭੋਗੋ ਸੁੱਖ ਜਗ ਜਸ ਸੋ ਵਡਾਵੋ। ਤੇ ਨਾਲੇ ਤਾਂ ਸਹੂਲਤਾਂ ਮਿਲਣਗੀਆਂ, ਇਨਾਮ ਮਿਲਣਗੇ, ਤੇ ਨਾਲੇ ਸੰਸਾਰ ਦੇ ਵਿੱਚ ਬਹੁਤ ਵੱਡੀ ਸੋਭਾ, ਸੰਸਾਰ ਦੇ ਵਿੱਚ ਤੁਹਾਡੀ ਕੀਰਤੀ ਹੋਵੇਗੀ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਯੋਧਾ ਜੰਗ ਦੇ ਮੈਦਾਨ ਦੇ ਵਿੱਚ ਦੇਸ਼ ਵਾਸਤੇ, ਧਰਮ ਵਾਸਤੇ, ਦੂਸਰੇ ਵਾਸਤੇ ਕੁਰਬਾਨੀ ਕਰਦਾ ਹੈ, ਉਹ ਫਿਰ ਸਵਰਗ ਦੇ ਵਿੱਚ ਜਾਂਦਾ ਹੈ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਇਸ ਕਰਕੇ ਕਿ ਭਾਈ ਅੱਜ ਦੇਸ਼ ਵਾਸਤੇ, ਧਰਮ ਵਾਸਤੇ ਲੜਨ ਵਾਸਤੇ ਮਰੋ, ਔਰ ਜੇ ਆਪਣੇ ਪ੍ਰਾਣਾਂ ਦਾ ਅੰਤ ਵੀ ਹੋਏਗਾ ਤੇ ਕਹਿਣ ਲੱਗਾ ਬੰਦ ਖਲਾਸੀ ਹੋ ਜਾਏਗੀ। ਤੇ ਇੱਥੇ ਵੀ ਬਹੁਤ ਵੱਡੀ ਜਸ ਤੇ ਵਡਿਆਈ, ਕੀਰਤੀ ਹੋਵੇਗੀ ਕਿ ਅਖੀਰਲੇ ਸਵਾਸ ਤੱਕ ਜੰਗ ਦੇ ਮੈਦਾਨ ਦੇ ਵਿੱਚ ਪਿੱਠ ਨਹੀਂ ਦਿਖਾਈ ਤੇ ਭਾਵੇਂ ਪ੍ਰਾਣਾਂ ਤੋਂ ਹੀਣੇ ਹੋ ਗਏ ਹਨ। ਇੱਥੇ ਵੀ ਸੋਭਾ ਵਡਿਆਈ ਔਰ ਅੱਲਾ ਦੇ ਖੁਦਾ ਦੇ ਘਰ ਦੇ ਵਿੱਚ ਵੀ ਤੁਹਾਨੂੰ ਕਹਿਣ ਲੱਗਾ ਉਸ ਵੇਲੇ ਆਨੰਦ ਸੁੱਖ ਮਿਲਣਗੇ। ਤੇ ਜਿਹੜਾ ਡਰਦਾ ਹੈ ਤੇ ਜਿਹੜਾ ਮਰਨਾ ਨਹੀਂ ਚਾਹੁੰਦਾ, ਧਿਆਨ ਜਿਹਦਾ ਆਪਣੇ ਪਰਿਵਾਰ ਦੇ ਵਿੱਚ ਜਾ ਰਿਹਾ ਹੈ, ਕਹਿਣ ਲੱਗੇ ਸੋ ਹਟ ਰਹਿ। ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਉਹ ਪਿੱਛੇ ਹਟ ਜਾਵੇ ਤੇ ਉਹ ਫਿਰ ਜੰਗ ਤੇ ਸ਼ਸਤਰ ਜਿਹੜੇ ਹਨ ਇਹ ਲਾ ਦਵੇ ਤੇ ਜੰਗ ਦਾ ਖਹਿੜਾ ਅਗਾਂਹ ਤੋਂ ਛੱਡ ਦਵੇ। ਜਿਹਦੇ ਅੰਦਰ ਡਰ ਹੈ, ਜੇ ਅੰਦਰ ਡਰ ਹੈ ਤੇ ਉਹ ਯੋਧਾ ਕਾਹਦਾ ਹੈ, ਉਹ ਸੈਨਿਕ ਕਾਹਦਾ ਹੈ ਜੇ ਡਰਦਾ ਹੈ। ਕਹਿਣ ਲੱਗਾ ਕਿ ਭਾਈ ਜਿਹੜਾ ਡਰਦਾ ਹੈ ਉਹ ਹੁਣ ਇੰਝ ਕਰੇ, ਮਿਹਨਤ ਕਰੇ, ਕਿਸੇ ਕੋਈ ਦਿਹਾੜੀ ਕਰ ਲਵੇ, ਕਿਸੇ ਦੇ ਨਾਲ ਮਜ਼ਦੂਰੀ ਕਰ ਲਵੇ, ਮਿਹਨਤ ਕਰੇ, ਮਜ਼ਦੂਰੀ ਲੈ ਹੈ। ਕਹਿਣ ਲੱਗੇ ਉਹ ਮਜ਼ਦੂਰੀ ਕਰੇ, ਸੈਨਾ ਤੇ ਜੰਗ ਤੇ ਯੁੱਧ ਤੇ ਸ਼ਸਤਰ ਉਹਦੇ ਹੱਥ ਦੇ ਵਿੱਚ ਸ਼ੋਭਦੇ ਨਹੀਂ ਹੈ। ਤੇ ਜੰਗ ਜਿਹਦਾ ਕਰਨ ਦਾ ਮਨ ਨਹੀਂ ਕਰਦਾ, ਉਹ ਅਗਾਂਹ ਤੋਂ ਸ਼ਸਤਰਾਂ ਦਾ ਖਹਿੜਾ ਛੱਡ ਕੇ ਤੇ ਘਰ ਦੇ ਵਿੱਚ ਕੋਈ ਹੋਰ ਕੰਮ ਕਰ ਲਵੇ। ਤੇ ਫਿਰ ਹੁਣ ਵਾਰ-ਵਾਰ ਆਪਣੇ ਯੋਧਿਆਂ ਦੇ ਅੰਦਰ ਜੋਸ਼ ਭਰਨ ਵਾਸਤੇ ਕਾਲੇ ਖਾਂ ਵੰਗਾਰ ਰਿਹਾ ਹੈ। ਕਹਿਣ ਲੱਗਾ ਕਿ ਭਾਈ ਤੁਸੀਂ ਕੋਈ ਮੁਗਲਾਂ ਦੇ ਵਿੱਚੋਂ ਹੋ, ਤੁਹਾਡਾ ਪਰਿਵਾਰ ਜਿਹੜਾ ਹੈ ਕੋਈ ਮੁਗਲ ਪਰਿਵਾਰ ਦੇ ਨਾਲ ਤੇ ਕੋਈ ਪਠਾਨਾਂ ਦੇ ਨਾਲ ਸੰਬੰਧ ਰੱਖਦਾ ਹੈ, ਤੇ ਕਈਆਂ ਦਾ ਸੈਯਦ ਘਰਾਣਿਆਂ ਦੇ ਨਾਲ ਸੰਬੰਧ ਹੈ, ਤੇ ਵੱਖਰੀ ਵੱਖਰੀ ਬਰਾਦਰੀ ਦੇ ਵਿੱਚੋਂ, ਘਰਾਣਿਆਂ ਦੇ ਵਿੱਚੋਂ ਤੁਸੀਂ ਆਏ ਹੋ, ਤੇ ਤੁਹਾਡੇ ਵਡੇਰਿਆਂ ਦਾ, ਪਿਤਾ ਦਾ, ਦਾਦਿਆਂ ਪੜਦਾਦਿਆਂ ਦਾ ਕਈਆਂ ਦਾ ਸੰਬੰਧ ਜੰਗ ਦੇ ਨਾਲ ਰਿਹਾ ਹੈ ਤੇ ਬਾਦਸ਼ਾਹ ਦੇ ਘਰ ਦੇ ਨਾਲ ਰਿਹਾ ਹੈ।
ਤੇ ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਕਈ ਜਿੱਤਾਂ ਬਾਦਸ਼ਾਹ ਨੂੰ ਦਵਾਈਆਂ ਹਨ ਤੇ ਉਹਨਾਂ ਦੀ ਅੱਜ ਇੱਜ਼ਤ ਪੱਤ ਹੋ ਰਹੀ ਹੈ, ਸੰਸਾਰ ਦੇ ਵਿੱਚ ਨਾਮ ਲਿਆ ਜਾਂਦਾ ਹੈ। ਇਸ ਕਰਕੇ ਅੱਜ ਆਪਣੀ ਜਿਹੜੀ ਵਿਰਾਸਤ ਹੈ, ਆਪਣਾ ਜਿਹੜਾ ਨਾਮ ਹੈ, ਦਾਦੇ ਦਾ, ਪਿਤਾ ਦਾ, ਪੜਦਾਦਿਆਂ ਦਾ, ਜਿਹੜਾ ਬਾਦਸ਼ਾਹ ਦੇ ਘਰਾਂ ਦੇ ਨਾਲ ਸੰਬੰਧ ਹੈ, ਤੇ ਲੜਦਿਆਂ ਹੋਇਆਂ ਆਪਣੀ ਕਈਆਂ ਨੇ ਜਾਨ ਗਵਾਈ ਹੈ, ਉਸ ਇੱਜ਼ਤ ਨੂੰ, ਪੱਤ ਨੂੰ ਦਾਗ ਨਾ ਲਾਇਓ। ਕਹਿਣ ਲੱਗੇ ਮੁਗਲ ਪਠਾਨ ਕੇ ਸੈਯਦ ਨੰਦ, ਤੁਸੀਂ ਮੁਗਲਾਂ ਦੇ, ਪਠਾਨਾਂ ਦੇ ਤੇ ਸੈਯਦ ਜਿਹੜੇ ਹਨ ਉਹਨਾਂ ਦੇ ਸੁਪੁੱਤਰ ਹੋ। ਤੇ ਧੰਨ ਤੁਹਾਡੀ ਸਾਰਿਆਂ ਦੀ ਜਿਹੜੀ ਵੰਸ਼ ਹੈ, ਪਰਿਵਾਰ ਹੈ, ਜਿਹੜੇ ਉਹ ਬੜੇ ਬਹਾਦਰ ਤੇ ਬਹੁਤ ਵੱਡੇ ਗਿਣੇ ਗਏ ਹਨ। ਉਹਨਾਂ ਦੀ ਬਹੁਤ ਵੱਡੀ ਸੰਸਾਰ ਦੇ ਵਿੱਚ ਕੀਰਤੀ ਹੈ। ਤੇ ਕਈਆਂ ਨੇ ਤਾਂ ਲੰਮਾ ਸਮੇਂ ਤੋਂ, ਕਈਆਂ ਪੀੜ੍ਹੀਆਂ ਤੋਂ ਬਾਦਸ਼ਾਹ ਦੇ ਘਰ ਦੇ ਵਿੱਚ ਹੀ ਚਾਕਰੀ ਕੀਤੀ ਹੈ, ਸੈਨਾ ਦੇ ਵਿੱਚ, ਔਰ ਉਹਨਾਂ ਦਾ ਕਈ ਪੀੜ੍ਹੀਆਂ ਤੋਂ ਇਹੀ ਕੰਮ ਰਿਹਾ ਹੈ ਤੇ ਕਦੇ ਉਹਨਾਂ ਨੇ ਡਰ ਨਹੀਂ ਮੰਨਿਆ ਤੇ ਹਮੇਸ਼ਾ ਅੱਗੇ ਹੋ ਕੇ ਲੜੇ ਹਨ। ਤੇ ਪਰ ਜੇ ਉਹ ਲੜੇ ਵੀ ਹਨ, ਜੰਗ ਦੇ ਮੈਦਾਨ ਦੇ ਵਿੱਚ ਬਾਦਸ਼ਾਹ ਦੀ ਸਹਾਇਤਾ ਕਰਦਿਆਂ ਹੋਇਆਂ ਜੇ ਉਹ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਵੀ ਗਏ ਹਨ, ਤੇ ਕਹਿਣ ਲੱਗੇ ਰਹੇ ਭੋਗ ਤੇ ਆਨੰਦ ਵਿਸ਼ੇਸ਼, ਬਾਦਸ਼ਾਹ ਨੇ ਉਹਨਾਂ ਨੂੰ ਇਨਾਮ ਦੇ ਕੇ ਉਹਨਾਂ ਦੇ ਪਰਿਵਾਰਾਂ ਨੂੰ ਤੇ ਕਈ ਤਰ੍ਹਾਂ ਦੇ ਸੁੱਖ ਸਹੂਲਤਾਂ ਵੀ ਦਿੱਤੇ ਹਨ। ਤੇ ਆਪਾਂ ਵੀ ਸਾਰੇ ਬਾਦਸ਼ਾਹ ਦੇ ਘਰ ਦੇ ਵਿੱਚੋਂ ਕਈ ਇਨਾਮ ਤੇ ਅਹੁਦੇ ਪ੍ਰਾਪਤ ਕੀਤੇ ਹੋਏ ਹਨ, ਤਨਖਾਹਾਂ ਲੈਂਦੇ ਹਾਂ ਤੇ ਸਾਡਾ ਘਰ ਵੀ ਬਾਦਸ਼ਾਹ ਦੇ ਘਰ ਤੋਂ ਚੱਲਦਾ ਹੈ। ਤੇ ਹੁਣ ਕਾਲੇ ਖਾਂ ਕਹਿ ਰਿਹਾ ਹੈ ਕਿ ਭਾਈ ਜਿਹਦੇ ਘਰ ਦਾ ਖਾ ਰਹੇ ਹਾਂ, ਅੱਜ ਲੋੜ ਪਈ ਹੈ ਤੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਤੇ ਜਿਹਦੇ ਕਰਕੇ ਅਸੀਂ ਤੇ ਸਾਡਾ ਪਰਿਵਾਰ ਪਲਦਾ ਹੈ, ਅੱਜ ਬਾਦਸ਼ਾਹ ਨੂੰ ਸਾਡੀ ਲੋੜ ਹੈ। ਅੱਜ ਬਾਦਸ਼ਾਹ ਦਾ ਇੱਕ ਕੰਮ ਹੈ, ਕਾਰਜ ਹੈ, ਜਿਹਦੇ ਵਾਸਤੇ ਸਾਨੂੰ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਇਹ ਜੰਗ ਜਿੱਤ ਕੇ ਦੇਣਾ ਚਾਹੀਦਾ ਹੈ। ਤੇ ਕਹਿਣ ਲੱਗਾ ਕਿ ਦੂਜੀ ਆਪਣੀ ਜਿਹੜੀ ਵੰਸ਼ ਹੈ ਉਹਦੀ ਲਾਜ ਰੱਖ ਲਓ। ਜੇ ਜੰਗ ਦੇ ਮੈਦਾਨ ਦੇ ਵਿੱਚੋਂ ਦੌੜ ਗਏ ਤੇ ਕੱਲ੍ਹ ਨੂੰ ਤੁਹਾਡੇ ਪਰਿਵਾਰਾਂ ਦੇ ਲੋਕਾਂ ਨੂੰ ਦੁਨੀਆ ਕੀ ਆਖੇਗੀ? ਉਹ ਤਾਂ ਸਾਰੀ ਜ਼ਿੰਦਗੀ ਦਾਗ ਲੱਗ ਜਾਏਗਾ ਕਿ ਕਿਸ ਤਰ੍ਹਾਂ ਫਿਰ ਮੂੰਹ ਦਿਖਾਓਗੇ ਸੰਸਾਰ ਨੂੰ। ਇਸ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਜੇ ਆਪਾਂ ਬਹਾਦਰੀ ਦੇ ਨਾਲ ਲੜਾਂਗੇ ਤੇ ਜਿੱਤ ਵੀ ਪ੍ਰਾਪਤ ਹੋ ਜਾਏਗੀ ਔਰ ਸਾਡੀ ਇੱਜ਼ਤ ਪੱਤ ਵੀ ਸੰਸਾਰ ਦੇ ਵਿੱਚ ਬਣੇਗੀ। ਇਸ ਕਰਕੇ ਸਾਰੇ ਉਤਸ਼ਾਹ ਧਾਰ ਕਰਕੇ, ਜਿਸ ਤਰ੍ਹਾਂ ਤੁਸੀਂ ਸਵੇਰ ਤੋਂ ਜੰਗ ਦੇ ਮੈਦਾਨ ਦੇ ਵਿੱਚ ਡਟੇ ਹੋਏ ਹੋ, ਤੇ ਸਾਰੇ ਇੱਕ ਵਾਰੀ ਵੱਡਾ ਹਮਲਾ ਕਰਕੇ ਸਾਰੇ ਬਹਾਦਰੀ ਦੇ ਨਾਲ ਲੜ ਕੇ, ਬਹਾਦਰੀ ਦੇ ਨਾਲ ਇੱਕ ਵਾਰੀ ਤਗੜਾ ਧਾਵਾ ਬੋਲੀਏ ਜੀ। ਤੇ ਜਾਂ ਤਾਂ ਛੇਵੇਂ ਸਤਿਗੁਰਾਂ ਨੂੰ ਪਕੜ ਲਈਏ, ਜਿਸ ਤਰ੍ਹਾਂ ਆਪਾਂ ਬਾਦਸ਼ਾਹ ਨੂੰ ਵਾਅਦਾ ਕਰਕੇ ਆਏ ਹਾਂ ਕਿ ਹੇ ਬਾਦਸ਼ਾਹ, ਛੇਵੇਂ ਪਾਤਸ਼ਾਹ ਜੀ ਜਿਹੜੇ ਕਦੇ ਤੁਹਾਡੇ ਤੋਂ ਪਕੜੇ ਨਹੀਂ ਗਏ, ਕਦੇ ਤੁਹਾਡੇ ਤੋਂ ਹਰਾਏ ਨਹੀਂ ਗਏ, ਅਸੀਂ ਉਹਨਾਂ ਨੂੰ ਪਕੜ ਕੇ ਲੈ ਕੇ ਆਵਾਂਗੇ, ਤੁਹਾਡੇ ਸਾਹਮਣੇ ਪੇਸ਼ ਕਰਾਂਗੇ, ਵੱਡੀ ਸੈਨਾ ਲੈ ਕਰਕੇ ਆਏ ਹਾਂ। ਤੇ ਕਹਿਣ ਲੱਗਿਆ ਇਹ ਕਾਲੇ ਖਾਂ, ਗਾਹੋ ਕੇ ਗੁਰ ਕਉ ਲੀਜੈ ਮਾਰੀ, ਜਾਂ ਤਾਂ ਸਤਿਗੁਰਾਂ ਨੂੰ ਪਕੜ ਲਓ ਤੇ ਜਾਂ ਸਤਿਗੁਰਾਂ ਨੂੰ ਤੇ ਸਤਿਗੁਰਾਂ ਦੇ ਬਚੇ ਹੋਏ ਜਿਹੜੇ ਯੋਧੇ ਹਨ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਖਤਮ ਕਰ ਦਈਏ ਜੀ। ਤੇ ਹੁਣ ਸਾਰੇ ਯੋਧਿਆਂ ਨੇ, ਬਹਾਦਰਾਂ ਨੇ ਕਾਲੇ ਖਾਨ ਦੀ ਗੱਲ ਸੁਣੀ ਹੈ, ਵਿਚਾਰੀ ਹੈ, ਤੇ ਉਹਨਾਂ ਨੂੰ ਇੰਝ ਲੱਗਿਆ ਕਿ ਕਾਲੇ ਖਾਨ ਠੀਕ ਕਹਿੰਦਾ ਹੈ, ਜੰਗ ਦੇ ਮੈਦਾਨ ਦੇ ਵਿੱਚੋਂ ਜਾਣਾ ਠੀਕ ਨਹੀਂ ਹੈ। ਜਾ ਕਰਕੇ ਕਿਹਦੇ ਮੱਥੇ ਲੱਗਾਂਗੇ ਤੇ ਕੀ ਮੂੰਹ ਦਿਖਾਵਾਂਗੇ, ਲੋਕ ਕੀ ਕਹਿਣਗੇ। ਇਸ ਕਰਕੇ ਇਸ ਵੇਲੇ ਜੰਗ ਦੇ ਮੈਦਾਨ ਦੇ ਵਿੱਚ ਲੜਨਾ ਤੇ ਜੰਗ ਦੇ ਮੈਦਾਨ ਨੂੰ ਜਿੱਤਣਾ ਹੀ ਠੀਕ ਹੈ। ਜੇ ਦਾ ਲੱਗ ਗਿਆ ਤੇ ਸਾਡੀ ਜਿੱਤ ਹੋ ਗਈ ਤੇ ਫਿਰ ਤਾਂ ਮੌਜਾਂ ਹੀ ਮੌਜਾਂ, ਆਨੰਦ ਹੀ ਆਨੰਦ ਹੈ, ਇਨਾਮ ਮਿਲਣਗੇ। ਇਸ ਕਰਕੇ ਸਾਰੇ ਖੁਸ਼ ਪ੍ਰਸੰਨ ਹਨ। ਤੇ ਹੁਣ ਕਾਲੇ ਖਾਨ ਨੇ ਆਖਿਆ ਕਿ ਭਾਈ ਚਲੋ ਹੁਣ ਤਗੜਾ ਘਮਸਾਨ ਦਾ ਇੱਕ ਵਾਰੀ ਯੁੱਧ ਕਰੋ ਤੇ ਕਿਸੇ ਦੇ ਮਨ ਦੇ ਵਿੱਚ ਭੋਰਾ ਵੀ ਡਰ ਨਹੀਂ ਹੋਣਾ ਚਾਹੀਦਾ ਹੈ। ਕਹਿਣ ਲੱਗੇ ਜੰਗ ਦੇ ਮੈਦਾਨ ਦੇ ਵਿੱਚ
ਹੁਣ ਜਾ ਕਰਕੇ ਅੜੀਏ ਤੇ ਗੁਰੂ ਦੀ ਜਿਹੜੀ ਸੈਨਾ ਹੈ ਉਹਨਾਂ ਨੂੰ ਆਪਾਂ ਖਤਮ ਕਰ ਦਈਏ ਜੀ। ਕਹਿ ਆਨੇ ਗੁਰ ਕਿਸ ਠਾਰ। ਤੇ ਸਹਿਬਪਾਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਾਲੀ ਦੇ ਨਾਲ ਇੱਕ ਵੱਡਾ ਹਮਲਾ, ਜਿਸ ਤਰ੍ਹਾਂ ਸਾਰੀ ਸੈਨਾ ਸਾਡੀ ਇੱਕ ਜਗ੍ਹਾ ਤੇ ਇਕੱਤਰ ਹੋ ਗਈ ਹੈ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਵੱਡਾ ਹਮਲਾ ਕਰਕੇ ਕਹਿ ਗਹਿ ਆਨੇ ਗੁਰ ਇਸ ਠਾਰ, ਜਾਂ ਤਾਂ ਖਤਮ ਕਰ ਦਈਏ ਜਾਂ ਪਕੜ ਕੇ ਇਸ ਪਾਸੇ ਲੈ ਆਈਏ, ਫਿਰ ਲਾਹੌਰ ਨੂੰ ਪਾਤਸ਼ਾਹ ਜੀ ਨੂੰ ਲੈ ਜਾਵਾਂਗੇ। ਇਸ ਤਰ੍ਹਾਂ ਕਾਲੇ ਖਾਨ ਨੇ ਸਾਰਿਆਂ ਨੂੰ ਵੰਗਾਰਿਆ ਹੈ। ਲਸ਼ਕਰ ਕਰ ਉਤਸ਼ਾਹ। ਤੇ ਇਸ ਤਰ੍ਹਾਂ ਵੀਰ ਰਸ ਵਾਲੀਆਂ ਤੇ ਕੁਛ ਤਾਨੇ ਤੇ ਕੁਛ ਮਿਹਣੇ ਜਿਹੜੇ ਉਸ ਵੇਲੇ ਆਪਣੀ ਸੈਨਾ ਨੂੰ ਵੰਗਾਰਿਆ ਹੈ, ਉਤਸ਼ਾਹਿਤ ਕੀਤਾ ਹੈ, ਕੁਝ ਇਹੋ ਜਿਹੀਆਂ ਗੱਲਾਂ ਕਹੀਆਂ ਹਨ ਜਿਹਦੇ ਕਰਕੇ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਤੇ ਵੀਰ ਰਸ ਜਾਗਿਆ ਹੈ। ਇਮ ਲਸ਼ਕਰ ਕਰ ਉਤਸ਼ਾਹੂ, ਇਸ ਢੰਗ ਦੇ ਨਾਲ ਦੁਬਾਰਾ ਫਿਰ ਆਪਣੀ ਸੈਨਾ ਦੇ ਵਿੱਚ ਕਾਲੇ ਖਾਨ ਨੇ ਵੰਗਾਰ ਕੇ ਜੋਸ਼ ਭਰ ਦਿੱਤਾ ਹੈ। ਤੇ ਕਵੀ ਜੀ ਇੱਥੇ ਲਿਖਦੇ ਹਨ, ਕਹਿਣ ਲੱਗੇ ਅਸਲ ਦੇ ਵਿੱਚ ਇਹਨਾਂ ਬੱਚਿਆਂ ਹੋਇਆਂ ਨੂੰ ਮੌਤ ਨੇ ਪ੍ਰੇਰਿਆ ਹੈ, ਮੌਤ ਨੇ ਘੇਰ ਲਿਆ ਹੈ, ਮੌਤ ਇਹਨਾਂ ਨੂੰ ਜਾਣ ਨਹੀਂ ਦੇ ਰਹੀ। ਹੁਣ ਪ੍ਰੇਰੇ ਕਾਲ ਮਰਨ ਰਣ ਮਾਹੂ, ਕਾਲ ਨੇ ਪ੍ਰੇਰਿਆ ਹੈ, ਜੰਗ ਦੇ ਮੈਦਾਨ ਦੇ ਵਿੱਚ ਮਰਨ ਵਾਸਤੇ ਲੜਨ ਵਾਸਤੇ ਤਿਆਰ ਹੋਏ ਹਨ। ਤੇ ਹੁਣ ਜਿਤਨੇ ਵੀ ਇਹ ਬੱਚੇ ਹੋਏ ਸਨ, ਇਹਨਾਂ ਨੇ ਇਹੀ ਸਮਝਿਆ ਕਿ ਜੰਗ ਦੇ ਮੈਦਾਨ ਦੇ ਵਿੱਚ ਲੜਨਾ ਹੀ ਠੀਕ ਹੈ। ਸਭ ਉਮਰਾਵਨ ਕੇਰ ਸਮੇਤ ਜਿਹੜੇ ਯੋਧੇ ਸਨ, ਸਾਰਿਆਂ ਨੇ ਇਹੀ ਮਤਾ ਪਕਾਇਆ ਹੈ। ਤੇ ਇਹ ਸਾਰੀਆਂ ਗੱਲਾਂ ਸੁਣ ਕੇ ਤੇ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਕੱਸ ਕੇ ਘੋੜਿਆਂ ਤੇ ਸਵਾਰ ਹੋ ਕਰਕੇ ਜੰਗ ਦੇ ਮੈਦਾਨ ਵਾਲੇ ਪਾਸੇ ਦਾ ਰੁਖ ਫਿਰ ਕੀਤਾ ਹੈ। ਜਿੱਧਰਲੇ ਪਾਸੇ ਜੰਗ ਹੋਣਾ ਹੈ ਉਧਰ ਨੂੰ ਸਾਰਿਆਂ ਦਾ ਧਿਆਨ ਹੋਇਆ ਹੈ। ਤੇ ਹੁਣ ਇਹਨਾਂ ਨੇ ਸਲਾਹ ਪਗਾ ਲਈ ਹੈ, ਸਾਰਿਆਂ ਦੀ ਇੱਕ ਮੱਤ ਹੋ ਗਈ ਹੈ। ਕੁਤਬ ਖਾਨ ਤੇ ਕਾਲੇ ਖਾਨ ਨੇ ਹੁਣ ਹੀਲਾ ਕਰਬੇ ਮਸਲਤ ਕਰੀ, ਕਿਸ ਤਰ੍ਹਾਂ ਹਮਲਾ ਕਰੀਏ, ਸਾਰਿਆਂ ਨੇ ਸਲਾਹ ਕੀਤੀ ਹੈ। ਤੇ ਉਧਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇਖ ਰਹੇ ਹਨ, ਲਗਾਤਾਰ ਗੁਰੂ ਕੇ ਯੋਧੇ ਤਿਆਰ ਬਰ ਤਿਆਰ ਖੜੇ ਹਨ। ਇੱਧਰ ਕਾਲੇ ਖਾਂ ਕੁਝ ਸਮਾਂ ਪਿੱਛੇ ਹਟ ਕੇ ਖੜ ਗਿਆ ਸੀਗਾ, ਇੰਝ ਲੱਗਦਾ ਸੀਗਾ ਕਿ ਇਹ ਬਚੇ ਹੋਏ ਦੌੜ ਜਾਣਗੇ, ਪਰ ਇਹ ਵਿਚਾਰਾਂ ਕਰਕੇ ਤੇ ਕੁਝ ਸਮੇਂ ਬਾਅਦ ਫਿਰ ਜੰਗ ਦੇ ਮੈਦਾਨ ਵਾਲੇ ਪਾਸੇ ਇਹਨਾਂ ਨੇ ਰੁਖ ਕੀਤਾ ਹੈ। ਕਹਿਣ ਲੱਗੇ ਕਿ ਹੁਣ ਸਤਿਗੁਰ ਜਾਣਿਓ ਪਹੁੰਚੇ ਅਰੀ, ਪਾਤਸ਼ਾਹ ਜੀ ਜਾਣ ਗਏ ਕਿ ਹੁਣ ਇਹ ਅੱਗੇ ਆ ਗਏ ਹਨ, ਜੰਗ ਦੇ ਮੈਦਾਨ ਦੇ ਫਿਰ ਕਮਸਾਨ ਦਾ ਯੁੱਧ ਕਰਨਗੇ। ਉਧਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਸੈਨਾ ਦਾ ਹਿਸਾਬ ਕਿਤਾਬ ਲਾ ਕਰਕੇ ਦੁਬਾਰਾ ਫਿਰ ਜਿਹੜੇ ਪੱਥੇ ਸਨ ਪਾਤਸ਼ਾਹ ਜੀ ਦੇ ਖਾਲੀ ਹੋ ਚੁੱਕੇ, ਗਰੀਬ ਨਿਵਾਜ ਨੇ ਭਰਵਾ ਲਏ ਹਨ, ਸ਼ਸਤਰ ਬਸਤਰ ਫਿਰ ਪਹਿਨ ਲਏ ਹਨ। ਸਤਿਗੁਰਾਂ ਨੇ ਗੁਰੂ ਕੇ ਯੋਧੇ ਵੀ ਤਿਆਰ ਹੋਏ ਹਨ ਤੇ ਸਤਿਗੁਰਾਂ ਨੇ ਸਾਰਾ ਆਪਣਾ ਦਲ ਵੀ ਉਹਨਾਂ ਦੀ ਅਗਵਾਈ ਕੀਤੀ ਹੈ, ਉਹਨਾਂ ਨੂੰ ਤਿਆਰ ਬਰ ਤਿਆਰ ਕੀਤਾ ਹੈ। ਜਿਸ ਤਰ੍ਹਾਂ ਕਾਲੇ ਖਾਨ ਨੇ ਆਪਣੇ ਯੋਧਿਆਂ ਨੂੰ ਵੰਗਾਰਿਆ ਹੈ, ਉਸੇ ਤਰ੍ਹਾਂ ਗੁਰੂ ਕੇ ਯੋਧੇ ਵੀ ਫਿਰ ਵਿਰੋਧੀ ਫੌਜ ਦਾ ਹਿਸਾਬ ਕਿਤਾਬ ਲਾ ਕਰਕੇ ਤਿਆਰ ਹੋ ਗਏ ਹਨ। ਤੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਬਚਨ ਕੀਤਾ ਹੈ, ਆਪਣੀ ਜਿਹੜੀ ਸੈਨਾ ਹੈ, ਮਹਾਨ ਗੁਰੂ ਕਾ ਯੋਧਾ ਬਾਬਾ ਬਿਧੀ ਚੰਦ ਜੀ, ਭਾਈ ਅਮੀਆਂ ਜੀ ਔਰ ਭਾਈ ਮੇਹਰਾ ਜੀ ਔਰ ਗੁਰੂ ਕਾ ਸਪੁੱਤਰ ਜਰਨੈਲ ਬਾਬਾ ਗੁਰਦਿੱਤਾ ਜੀ, ਇਹ ਸਾਰੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਖੜੇ ਸਨ। ਪ੍ਰਥਮ ਹਤਿਓ ਲਸ਼ਕਰ ਘਰ ਘਣੋ, ਸਤਿਗੁਰਾਂ ਨੇ ਬਚਨ ਕੀਤਾ, ਜਿੱਥੇ ਤੁਸੀਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਇਆ ਹੋਇਆ ਵੱਡਾ ਜਿਹੜਾ ਲਸ਼ਕਰ ਹੈ, ਅੰਮ੍ਰਿਤ ਵੇਲੇ ਤੋਂ ਜੰਗ ਕਰਦਿਆਂ ਹੋਇਆਂ ਜਿਸ ਤਰ੍ਹਾਂ ਤੁਸੀਂ ਪਹਿਲਾ ਲਸ਼ਕਰ ਖਤਮ ਕਰ ਦਿੱਤਾ ਹੈ, ਤੇ ਹੁਣ ਆਓ ਸਾਹਮਣੇ ਦੇਖੋ, ਇੱਕ ਟੁਕੜੀ ਇੱਕ ਟੋਲਾ ਜਿਹਾ ਬਚਿਆ ਹੋਇਆ ਹੈ, ਬਸ ਇਹੀ ਰਹਿ ਗਿਆ ਹੈ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਹੈ ਸੈਨਾ ਨੂੰ, ਹੇ ਯੋਧਿਓ
ਜਿਸ ਤਰ੍ਹਾਂ ਵੱਡੀ ਸੈਨਾ ਆਪਾਂ ਅੰਮ੍ਰਿਤ ਵੇਲੇ ਤੋਂ ਖਤਮ ਕਰ ਦਿੱਤੀ ਹੈ, ਆ ਬਚਿਆ ਹੋਇਆ ਜਿਹੜਾ ਟੋਲਾ ਹੈ, ਜਿਹੜਾ ਇੱਕ ਦਲ ਹੈ, ਇਸ ਨੂੰ ਵੀ ਆਪਾਂ ਉਸੇ ਢੰਗ ਦੇ ਨਾਲ ਖਤਮ ਕਰਨਾ ਹੈ। ਸੁਰਗ ਮੈਂ ਪਹੁੰਚੇ ਜਾਏ। ਤੇ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮ ਪੀਣਗੇ, ਉਹਨਾਂ ਦੀ ਬੰਦ ਖਲਾਸੀ ਹੋਣੀ ਅਵਸ਼ ਹੈ। ਜੀਵਤ ਸੁਖ ਭੋਗੈ ਧਨ ਪਾਏ। ਔਰ ਅਸੀਂ ਵੀ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਹੋ ਕੇ ਲੜਨਗੇ, ਉਹਨਾਂ ਨੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਦੇ ਕਰਕੇ ਨਿਵਾਜਾਂਗੇ। ਇੱਕ ਥਲ ਸਭਨ ਬਟੋਰੇ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਪਣੇ ਜਿਹੜੇ ਯੋਧੇ ਬਹਾਦਰ ਸਨ, ਜਿਹੜੇ ਖਿੱਲਰ ਕੇ ਜੰਗ ਦੇ ਮੈਦਾਨ ਦੇ ਵਿੱਚ ਦੀ ਤਾਕਤ ਇਕੱਠੀ ਹੋਈ ਹੈ, ਫੌਜ ਇਕੱਠੀ ਹੋਈ ਹੈ, ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਪਣਾ ਦਲ ਆਪਣੇ ਕੋਲ ਫੌਜ ਦਾ ਹਿਸਾਬ ਕਿਤਾਬ ਲਾਉਂਦਿਆਂ ਹੋਇਆਂ ਬਾਦਸ਼ਾਹ ਦੀ ਆਪਣੇ ਦਲ ਨੂੰ ਵੀ ਇੱਕ ਜਗ੍ਹਾ ਤੇ ਇਕੱਠਿਆਂ ਕੀਤਾ ਹੈ। ਨਾਲ ਦੁਸ਼ਮਣਾਂ ਦੇ ਨਾਲ ਬਾਦਸ਼ਾਹ ਦੀ ਫੌਜ ਦੇ ਨਾਲ ਕਿਸ ਢੰਗ ਦੇ ਨਾਲ ਸਤਿਗੁਰਾਂ ਨੇ ਤਿਆਰੀ ਕੀਤੀ ਹੈ, ਆਪਣੇ ਯੋਧਿਆਂ ਨੂੰ ਵੰਗਾਰਿਆ ਹੈ ਇੱਕ। ਤੇ ਹੁਣ ਕਹਿਣ ਲੱਗੇ ਕਰੇ ਸੁਚੇਤ ਰਿਪਨ ਕੀ ਓਰੇ, ਦੁਸ਼ਮਣਾਂ ਦੇ ਵੱਧ ਰਿਹਾ ਉਹਦੇ ਵੱਲ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ਼ਾਰਾ ਕਰ ਦਿੱਤਾ ਹੈ। ਔਰ ਬਹੁਤ ਉੱਚੀ ਨਗਾਰੇ ਅਖੀਰਲਾ ਜਿਹੜਾ ਹੱਲਾ ਹੈ ਜੰਗ ਦੇ ਮੈਦਾਨ ਦੇ ਵਿੱਚ, ਬਚੀ ਹੋਈ ਬਾਦਸ਼ਾਹ ਦੀ ਜਿਹੜੀ ਫੌਜ ਹੈ, ਆਪਣੀ ਇੱਜ਼ਤ ਪੱਤ ਬਚਾਉਣ ਵਾਸਤੇ, ਤੇ ਸ਼ਾਇਦ ਕੋਈ ਸਾਡਾ ਦਾ ਲੱਗ ਜੇ, ਕਾਲੇ ਖਾਂ ਵਧਿਆ ਹੈ ਜ਼ੋਰ ਦੇ ਨਾਲ, ਬਲ ਦੇ ਨਾਲ, ਤੇ ਸਾਰਿਆਂ ਦੇ ਅੰਦਰ ਹੀ ਬੜਾ ਵੱਡਾ ਜੋਸ਼ ਹੈ, ਬਲ ਹੈ ਕਿ ਮਰਨਾ ਤਾਂ ਹੈ ਹੀ ਹੈ, ਹੁਣ ਮਰਨਾ ਤਾਂ ਪੱਕਾ ਹੈ, ਪਰ ਜੇ ਤਗੜੇ ਹੋ ਕੇ ਹੱਲਾ ਕਰ ਲਈਏ, ਹੋ ਸਕਦਾ ਸਾਡਾ ਜ਼ੋਰ ਪੈ ਜਾਵੇ ਤੇ ਗੁਰੂ ਦੀ ਸੈਨਾ ਦੇ ਉੱਪਰ ਸਾਡੀ ਜਿੱਤ ਹੋ ਜਾਏ। ਇਸ ਕਰਕੇ ਬਹੁਤ ਵੱਡਾ ਜੋਸ਼ ਹੈ, ਸਾਹਮਣੇ ਮੌਤ ਵੀ ਦਿਸਦੀ ਹੈ ਤੇ ਜਿੱਤ ਵੀ ਦਿਸ ਰਹੀ ਹੈ, ਆਪਣੀ ਉਮਰ ਵੀ ਦਿਸਦੀ ਹੈ। ਜੇ ਸਤਿਗੁਰਾਂ ਨੂੰ ਖਤਮ ਕਰ ਲੈਂਦੇ ਹਨ ਤਾਂ ਆਪਣਾ ਜਿਹੜਾ ਜੀਵਨ ਹੈ ਇਹਨਾਂ ਨੂੰ ਲੱਗਦਾ ਤਾਂ ਅਸੀਂ ਬਚ ਸਕਦੇ ਹਾਂ। ਹੁਣ ਫੈਸਲਾ ਕੁਨ ਯੁੱਧ ਹੋਣ ਲੱਗਿਆ ਹੈ ਤੇ ਦੋਨੋਂ ਪਾਸੇ ਵੱਡੇ ਨਗਾਰੇ ਵੱਜੇ ਹਨ। ਇੱਧਰ ਸਹਿਬ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੇ ਦਲ ਵਾਲੇ ਪਾਸਿਓਂ ਵੀ ਨਗਾਰਿਆਂ ਤੇ ਵੱਡੀ ਗਰਜਵੀਂ ਜਿਹੜੀ ਚੋਟ ਉਹ ਲੱਗੀ ਹੈ। ਤੇ ਹੁਣ ਸਾਰੇ ਤੁਰਕ ਇਕੱਠੇ ਹੋ ਕਰਕੇ ਨਗਾਰੇ ਵਜਾਉਂਦੇ ਹੋਏ ਤਰ੍ਹਾਂ ਤਰ੍ਹਾਂ ਦੇ ਵਾਜੇ ਵੱਜ ਰਹੇ ਹਨ ਤੇ ਬੜੇ ਘਮਸਾਨ ਦਾ ਤਗੜਾ ਯੁੱਧ ਕਰਨ ਵਾਸਤੇ ਤੇਜ਼ੀ ਦੇ ਨਾਲ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਲ ਵਾਲੇ ਪਾਸੇ, ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਨਗਰ ਵਾਲੇ ਪਾਸੇ ਅੱਗੇ ਵਧੇ ਹਨ। ਔਰ ਇੱਧਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਹੁਣ ਬਾਬਾ ਬਿਧੀ ਚੰਦ ਜੀ ਨੂੰ ਹੁਕਮ ਕੀਤਾ ਹੈ। ਹੇ ਬਿਧੀ ਚੰਦ, ਕਹਿਣ ਲੱਗੇ ਸਤਿਗੁਰੂ ਜੀ ਕਿ ਅਸਵਾਰ ਹੋ ਜਾਓ, ਘੋੜੇ ਤੇ ਚੜ ਜਾਓ ਕਾਲੀ ਦੇ ਨਾਲ, ਤੇ ਨਾਲ ਚੋਣਵੇਂ ਜਰਨੈਲ ਲੱਗ ਜਾਓ। ਬਿਧੀ ਚੰਦ ਸੋ ਗੁਰ ਕਹਿਓ, ਲਿਹੋ ਸੰਗ ਅਸਵਾਰ। ਘੋੜ ਸਵਾਰ ਜਿਹੜੇ ਹੋਰ ਜਰਨੈਲ ਹਨ, ਹੇ ਬਾਬਾ ਬਿਧੀ ਚੰਦ ਜੀ, ਉਹਨਾਂ ਨੂੰ ਨਾਲ ਲੈ ਲਓ ਜੀ। ਤੇ ਹੁਣ ਜਿਸ ਤਰ੍ਹਾਂ ਦੁਸ਼ਮਣ ਵੱਧ ਰਿਹਾ ਹੈ, ਤੇਜ਼ੀ ਦੇ ਨਾਲ ਅੱਗੇ ਆ ਰਿਹਾ ਹੈ, ਦੁਸ਼ਮਣਾਂ ਦੀ ਫੌਜ ਜਿਸ ਤਰ੍ਹਾਂ ਦੇਖੋ ਇੱਕ ਸਮੁੰਦਰ ਕਈ ਵਾਰੀ ਮੈਦਾਨੀ ਇਲਾਕੇ ਵੱਲ ਵੱਧਦਾ ਹੈ, ਮਾਰ ਧਾੜ ਕਰਦੇ ਹੋਏ ਤੇਜ਼ੀ ਦੇ ਨਾਲ ਉੱਚੀ ਉੱਚੀ ਲਲਕਾਰੇ ਮਾਰਦੇ ਹੋਏ ਦੁਸ਼ਮਣ ਅੱਗੇ ਵਧੇ ਹਨ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਬਾਬਾ ਬਿਧੀ ਚੰਦ ਜੀ ਇਹਨਾਂ ਦੇ ਬਰਾਬਰ ਤੇ ਜਾਵੋ, ਪਰੋ ਬਰੋਬਰ ਤੇਜ਼ੀ ਦੇ ਨਾਲ ਜਿਹੜਾ ਦਲ ਵੱਧ ਰਿਹਾ ਹੈ, ਬਾਬਾ ਬਿਧੀ ਚੰਦ ਜੀ ਇਹਨੂੰ ਜਾ ਕਰਕੇ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਪ੍ਰਾਪਤ ਕਰਕੇ ਸਤਿਗੁਰਾਂ ਦੇ ਸਾਰੇ ਵੀਰ ਬਹਾਦਰ ਯੋਧੇ ਸਾਵਧਾਨ ਹੋ ਗਏ ਹਨ। ਕਰੇ ਸਾਵਧਾਨਾ ਸਭੇ ਮੇਲ ਠਾਨਾ, ਸਾਰੇ ਆਪਸ ਦੇ ਵਿੱਚ ਮਿਲ ਗਏ
ਇੱਕ ਤਗੜਾ ਦਲ ਬਾਬਾ ਬਿਧੀ ਚੰਦ ਜੀ ਦਾ ਬਣਿਆ ਹੈ। ਤੇ ਮਨ ਆਏ ਮਹਾਸ਼ੋਰ ਪਾਏ। ਔਰ ਇਤਨੇ ਸਮੇਂ ਦੇ ਵਿੱਚ ਦੁਸ਼ਮਣ ਵੱਡਾ ਰੌਲਾ ਮਚਾਉਂਦੇ ਹੋਏ ਕਾਲੀ ਦੇ ਨਾਲ ਬੜੇ ਜੋਸ਼ ਦੇ ਵਿੱਚ ਇਤੇ ਮਾਹੇ ਆਏ ਮਹਾਸ਼ੋਰ ਪਾਏ, ਜਿੱਤ ਲੈਣ ਦਾ ਉੱਚੀ ਉੱਚੀ ਰੌਲਾ ਪਾਉਂਦੇ ਹੋਏ ਆਏ ਹਨ। ਬੰਗਾਨ ਸ਼ੋਰੀ ਚਲੀ ਬ੍ਰਿੰਦ ਗੌਰੀ। ਔਰ ਉਸੇ ਵੇਲੇ ਫਿਰ ਗੋਲੀਆਂ ਦੂਰ ਤੋਂ ਬਚਿਆ ਹੋਇਆ ਜਿਹੜਾ ਅਸਲਾ ਹੈ ਉਹ ਛੱਡਿਆ ਹੈ, ਇੱਕ ਦੂਜੇ ਦੇ ਉੱਪਰ ਪ੍ਰਹਾਰ ਕੀਤਾ ਹੈ। ਇੱਧਰੋਂ ਗੁਰੂ ਕੀ ਸੈਨਾ ਅੱਗੇ ਵਧੀ ਹੈ, ਬਾਬਾ ਬਿਧੀ ਚੰਦ ਜੀ ਦਾ ਦਲ ਚੱਲਿਆ ਹੈ। ਤੁਫੰਗਾਨ ਛੋਰੀ ਚੱਲੀ ਬ੍ਰਿੰਦ ਗੋਰੀ, ਤੇਜ਼ੀ ਦੇ ਨਾਲ ਕਾਲੀ ਦੇ ਨਾਲ ਵੱਡੀ ਗਿਣਤੀ 'ਚ ਗੋਲੀਆਂ ਚੱਲੀਆਂ ਹਨ। ਕਹਿਣ ਲੱਗੇ ਹੁਣ ਇੱਕ ਤਗੜਾ ਹੱਲਾ, ਬੜਾ ਤੇਜ਼ ਅਖੀਰ ਵਾਲਾ ਤੇ ਇਹ ਫੈਸਲੇ ਵਾਲਾ ਜਿਹੜਾ ਹੱਲਾ ਹੈ ਇਹ ਹੋਣ ਲੱਗਿਆ ਹੈ। ਤੇ ਸਾਰਿਆਂ ਦੇ ਅੰਦਰ ਹੀ ਕਈ ਗੁਣਾ ਜਿਹੜਾ ਬਲ ਹੈ ਉਹ ਪਹਿਲਾਂ ਦੇ ਨਾਲੋਂ ਵੀ ਵੱਧ ਗਿਆ ਹੈ, ਕਈ ਗੁਣਾ ਵੱਧ ਜੋਸ਼ ਸੂਰਮਿਆਂ ਦੇ ਵਿੱਚ ਹੈ। ਹੁਣ ਕਹਿਣ ਲੱਗੇ ਬੜੋ ਹੀਲ ਘਾਲਾ ਬਮੈ ਪੁੰਜ ਜਵਾਲਾ, ਤੇ ਬੰਦੂਕਾਂ ਦੇ ਵਿੱਚੋਂ ਉਸ ਵੇਲੇ ਜਵਾਲਾ ਕਹਿਣ ਤੋਂ ਭਾਵ ਅੱਗ ਨਿਕਲ ਰਹੀ ਹੈ, ਵੱਡੀ ਆਵਾਜ਼ ਪੈਦਾ ਹੋ ਰਹੀ ਹੈ। ਮਨ ਮੇਘ ਆਉਣਾ ਉਲਵਾ ਉਡਾਇਓ ਸੋ ਪਾਉਣਾ। ਔਰ ਜਿਹੜੇ ਦੁਸ਼ਮਣ ਹਨ ਉਹਨਾਂ ਦਾ ਦਲ ਜਿਹੜਾ ਹੈ ਉਹ ਕਵੀ ਜੀ ਲਿਖਦੇ ਹਨ, ਕਹਿਣ ਲੱਗੇ ਕਿ ਦੇਖੋ ਦੁਸ਼ਮਣਾਂ ਦਾ ਜਿਹੜਾ ਦਲ ਹੈ ਉਹ ਇੰਝ ਲੱਗਦਾ ਸੀ ਜਿਵੇਂ ਸਾਉਣ ਦੇ ਮਹੀਨੇ ਦੇ ਵਿੱਚ ਬੱਦਲ ਚੜ੍ਹ ਗਏ ਹੋਣ, ਘਟਾਂ ਚੜ੍ਹ ਗਈਆਂ ਹੋਣ। ਕਹਿਣ ਲੱਗੇ ਦੁਸ਼ਮਣਾਂ ਦਾ ਦਲ, ਬਾਦਸ਼ਾਹ ਦੀ ਜਿਹੜੀ ਫੌਜ ਹੈ ਉਹਨਾਂ ਦਾ ਜਿਹੜਾ ਦਲ ਹੈ ਉਹ ਕਾਲੇ ਬੱਦਲਾਂ ਦੀ ਤਰ੍ਹਾਂ ਇੱਕਦਮ ਅੱਗੇ ਵਧਿਆ ਹੈ, ਮਾਨੋ ਮੇਘ ਆਉਣਾ। ਤੇ ਕਹਿਣ ਲੱਗੇ ਕਿ ਉੱਧਰੋਂ ਜਿਹੜੀ ਸਤਿਗੁਰੂ ਧੰਨ ਗੁਰੂ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਵੱਡੀ ਸੈਨਾ ਹੈ, ਮਾਰੋ ਮਨ ਮੇਘ ਆਉਣਾ ਉਡਾਇਓ ਸੋ ਪਾਉਂਦਾ। ਦੁਸ਼ਮਣਾਂ ਦਾ ਹਨ ਕਹਿਣ ਲੱਗੇ ਕਿ ਬਾਦਸ਼ਾਹ ਦੀ ਜਿਹੜੀ ਫੌਜ ਹੈ, ਬਾਦਸ਼ਾਹ ਦੀ ਫੌਜ ਬੱਦਲ ਦੀ ਤਰ੍ਹਾਂ ਹੈ, ਤੇ ਜਿਹੜਾ ਗੁਰੂ ਕਾ ਦਲ ਜਿਹੜਾ ਹੈ ਬਾਬਾ ਬਿਧੀ ਚੰਦ ਜੀ ਦਾ ਤੇ ਹੋਰ ਸਤਿਗੁਰਾਂ ਦੇ ਜਿਹੜੇ ਯੋਧੇ ਸਨ, ਇਹਨਾਂ ਦਾ ਜਿਹੜਾ ਦਲ ਚੱਲਿਆ ਹੈ ਉਹ ਇੰਝ ਚੱਲਿਆ ਜਿਸ ਤਰ੍ਹਾਂ ਤੇਜ਼ ਹਵਾ ਹੋਵੇ। ਆਪਾਂ ਦੇਖਦੇ ਹਾਂ ਕਈ ਵਾਰੀ ਬੱਦਲ ਤਾਂ ਕਾਲਾ ਚੜ੍ਹ ਕੇ ਆਉਂਦਾ ਹੈ, ਘਟਾਂ ਆਉਂਦੀਆਂ ਹਨ ਤਾਂ ਅਸਮਾਨ ਦੇ ਵਿੱਚ ਲੱਗਦਾ ਹੈ ਕਿ ਬਹੁਤ ਤਗੜਾ ਜਿਹੜਾ ਮੀਂਹ ਹੁਣ ਪਏਗਾ, ਪਰ ਕਈ ਵਾਰੀ ਇੱਕ ਦਿਸ਼ਾ ਦੇ ਵਿੱਚੋਂ ਇੱਕਦਮ ਤੇਜ਼ ਹਵਾ ਇਸ ਤਰ੍ਹਾਂ ਦੀ ਚੱਲਦੀ ਹੈ ਕਿ ਉਹ ਝੱਟ ਹੀ ਬੱਦਲਾਂ ਨੂੰ ਉਡਾ ਕੇ ਕਿਸੇ ਹੋਰ ਪਾਸੇ ਲੈ ਜਾਂਦੀ ਹੈ। ਹੁਣ ਬਾਦਸ਼ਾਹ ਦਾ ਜਿਹੜਾ ਦਲ ਹੈ ਉਹ ਘਟਾਂ ਦੀ ਤਰ੍ਹਾਂ ਬੱਦਲਾਂ ਦੀ ਤਰ੍ਹਾਂ ਚੜ੍ਹਿਆ ਹੈ, ਪਰ ਬਾਬਾ ਬਿਧੀ ਚੰਦ ਜੀ ਦਾ ਜਿਹੜਾ ਬਹੁਤ ਵੱਡਾ ਦਲ ਹੈ ਇਹ ਤੇਜ਼ ਹਵਾ ਦੀ ਤਰ੍ਹਾਂ ਚੱਲਿਆ ਹੈ। ਜਿਸ ਤਰ੍ਹਾਂ ਹਵਾ ਬੱਦਲਾਂ ਨੂੰ ਉਡਾ ਦਿੰਦੀ ਹੈ, ਬਾਬਾ ਬਿਧੀ ਚੰਦ ਜੀ ਦੇ ਦਲ ਨੇ ਵੀ ਦੁਸ਼ਮਣਾਂ ਦਾ ਦਲ ਉਡਾ ਦਿੱਤਾ ਹੈ। ਤੇ ਕਹਿਣ ਲੱਗੇ ਹੁਣ ਬਰੂਦ ਚੱਲਿਆ ਹੈ, ਤੇ ਜਦੋਂ ਬੱਦਲ ਛਾ ਜਾਂਦੇ ਹਨ ਤੇ ਇੱਕਦਮ ਹਨੇਰਾ ਹੋ ਜਾਂਦਾ ਹੈ। ਤੇ ਜਦੋਂ ਹਨੇਰਾ ਛਾਇਆ ਹੋਇਆ, ਇੱਕ ਤਾਂ ਘੋੜਿਆਂ ਦੇ ਪੌੜਾਂ ਦੇ ਨਾਲ ਜਿਹੜਾ ਧੂੜ ਹੈ ਉਹ ਆਕਾਸ਼ ਦੇ ਵਿੱਚ ਉੱਡੀ ਹੈ, ਤੇ ਦੂਸਰੇ ਪਾਸੇ ਕਹਿਣ ਲੱਗੇ ਬਰੂਦੰ ਪ੍ਰਕਾਸ਼ ਹੈ। ਜਦੋਂ ਬਰੂਦ ਚੱਲਦਾ ਹੈ ਤੇ ਗੋਲੀਆਂ ਦੇ ਵਿੱਚੋਂ ਜਿਹੜਾ ਇੱਕਦਮ ਅੱਗ ਨਿਕਲਦੀ ਹੈ, ਉਹ ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਬਿਜਲੀ ਲਿਸ਼ਕ ਰਹੀ ਹੋਵੇ। ਕਹਿਣ ਲੱਗੇ ਬੱਦਲਾਂ ਦੀ ਵਾਂਗ ਹੈ ਤੇ ਲਿਸ਼ਕ ਪੈਦਾ ਹੁੰਦੀ ਹੈ, ਔਰ ਬੱਦਲਾਂ ਦੇ ਗਰਜਨ ਦੇ ਵਾਂਗ ਹੀ ਇਸ ਵੇਲੇ ਬਹੁਤ ਵੱਡੀ ਆਵਾਜ਼ ਪੈਦਾ ਹੋ ਰਹੀ ਹੈ। ਕਹਿਣ ਲੱਗੇ ਕਿ ਦੁਸ਼ਮਣਾਂ ਦਾ ਦਲ ਜਾਂ ਜਿਹੜੇ ਵੀਰ ਬਹਾਦਰ ਯੋਧੇ ਹਨ ਉਹ ਇੰਝ ਹਨ ਜਿਸ ਤਰ੍ਹਾਂ ਪੱਕੀ ਹੋਈ ਖੇਤੀ ਹੋਵੇ। ਇੱਕ ਉਦਾਹਰਨ ਕਵੀ ਜੀ ਨੇ ਹੋਰ ਦਿੱਤੀ, ਆਪਾਂ ਦੇਖਦੇ ਹਾਂ
खेती पक्की होवे, फल पिया होवे, जेकर किते उदों मीह पै जावे, गड़े पै जाण ते सारी फसल तबाह हो जाती है, कुछ बचदा नहीं है। कहन लगे इसे तरह ਜਿਹੜੇ बहुत ਵੱਡੇ ਜਰਨੈਲ ਯੋਧੇ ਬਹਾਦਰ ਤੇ ਬਹੁਤ ਵੱਡੀਆਂ ਜਿਹੜੀਆਂ ਸੈਨਾਵਾਂ ਸਨ ਦੋਵੇਂ ਇਹ ਜਿਹੜੀਆਂ ਸੈਨਾ ਸਨ ਇਹ ਪੱਕੀ ਹੋਈ ਖੇਤੀ ਦੀ ਤਰ੍ਹਾਂ ਸਨ। ਉੱਪਰੋਂ ਜਿਹੜਾ ਗੋਲੀਆਂ ਦਾ ਮੀਂਹ ਵਰ ਰਿਹਾ ਹੈ ਉਹ ਇੰਜ ਲੱਗਦਾ ਸੀ ਜਿਵੇਂ ਗੜੇ ਪੈ ਰਹੇ ਹੋਣ। ਜਿਸ ਤਰ੍ਹਾਂ ਗੜੇ ਪੈਣ ਦੇ ਨਾਲ ਫਸਲ ਦੇ ਪੱਲੇ ਕੱਖ ਨਹੀਂ ਰਹਿੰਦਾ, ਇਸੇ ਤਰ੍ਹਾਂ ਜਿਹੜੇ ਦਲ ਸਨ ਅੱਗੇ ਵੱਧ ਰਹੇ, ਇਹਨਾਂ ਦੇ ਉੱਪਰ ਤੀਰਾਂ ਦਾ ਤੇ ਗੋਲੀਆਂ ਦਾ ਜਿਹੜਾ ਗੜਿਆਂ ਦੀ ਤਰ੍ਹਾਂ ਮੀਂਹ ਪਿਆ ਹੈ, ਇਹਨੇ ਦੋਨਾਂ ਦਲਾਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੈ। ਕਹਿਣ ਲੱਗੇ ਹੁਣ ਨਿਸ਼ਾਨੇ ਬੰਨ ਕੇ ਯੋਧੇ ਜਿਹੜੇ ਨਿਸ਼ਾਨ 'ਚ ਹੀ ਬੜੇ ਤਗੜੇ ਸਨ ਤੇ ਛਾਤੀਆਂ ਦਾ ਸਿਰਾਂ ਦਾ ਨਿਸ਼ਾਨਾ ਲੈ ਕੇ ਗੋਲੀਆਂ ਛੱਡ ਰਹੇ ਹਨ। ਪਰੀ ਮਾਰ ਗੋਰੀ ਕਸੇ ਪੁੰਜ ਛੋਰੀ, ਕਹਿਣ ਲੱਗੇ ਫਿਰ ਗੋਲੀਆਂ ਦੀ ਮਾਰ ਪੈ ਰਹੀ ਹੈ ਤੇ ਤਗੜੀ ਜਿਹੜੀ ਵਿਛਾੜ ਦੋਨਾਂ ਪਾਸਿਆਂ ਤੋਂ ਹੋ ਰਹੀ ਹੈ ਤੇ ਕਾਲੀ ਦੇ ਨਾਲ ਦੋਨੋਂ ਦਲ ਘੋੜਿਆਂ ਨੂੰ ਇੱਧਰ ਉੱਧਰ ਤੇ ਜਾ ਕਰਕੇ ਨਿਸ਼ਾਨ ਤਵਾਵੇ ਤੋਂ ਫੰਗੰ ਘੋੜਿਆਂ ਨੂੰ ਭਜਾਉਂਦੇ ਹਨ ਤੇ ਗੋਲੀਆਂ ਦੇ ਤੇ ਕਹਿਣ ਲੱਗੇ ਸੂਰਮਿਆਂ ਦਾ ਬਹੁਤ ਵੱਡਾ ਮੇਲਾ ਲੱਗਾ ਹੋਇਆ ਹੈ ਤੇ ਇੰਜ ਹੋ ਰਿਹਾ ਹੈ ਕਿ ਦੇਖੋ ਹੋਲੀਆਂ ਦੇ ਦਿਨਾਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਰੰਗ ਸੁੱਟ ਕੇ ਤੇ ਕਈ ਰੰਗਾਂ ਦੇ ਵਿੱਚ ਸਾਰਿਆਂ ਨੂੰ ਰੰਗ ਦਿੱਤਾ ਜਾਂਦਾ ਹੈ, ਉਹਨਾਂ ਦੀ ਸ਼ਕਲ ਵੀ ਪਛਾਣੀ ਨਹੀਂ ਜਾਂਦੀ। ਇਸੇ ਤਰ੍ਹਾਂ ਸੂਰਮੇ ਦਾ ਯੁੱਧ ਕਰਦੇ ਹਨ, ਇੱਕ ਦੂਜੇ ਤੇ ਵਾਰ ਕਰਦੇ ਹਨ ਤੇ ਖੂਨ ਨਿਕਲ ਕੇ ਉਹਨਾਂ ਹੁਣ ਕਵੀ ਜੀ ਲਿਖਦੇ ਹਨ, ਕਹਿਣ ਲੱਗੇ ਹੋਲੀਆਂ ਦੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮਨੁੱਖਾਂ ਦਾ ਪਛਾਣਨਾ ਔਖਾ ਹੋ ਜਾਂਦਾ ਹੈ ਕਿ ਕੌਣ ਹੈ, ਦੋਨੋਂ ਦਲ ਜਦੋਂ ਨੇੜੇ ਆ ਗਏ ਹਨ ਤੇ ਸਰੀਰ ਦੇ ਅੰਗਾਂ ਤੇ ਇੰਨੇ ਕੋ ਤਗੜੇ ਫੱਟ ਕਿ ਦੁਸ਼ਮਣ ਉਹਨਾਂ ਦੇ ਖੂਨ ਦੇ ਨਾਲ ਸਾਰਿਆਂ ਦੇ ਸਰੀਰ ਤੇ ਕੱਪੜੇ ਰੰਗੇ ਪਏ ਹਨ। ਹੁਣ ਕਿਸੇ ਦੀ ਪਛਾਣ ਵੀ ਕਰਨੀ ਔਖੀ ਹੋ ਗਈ ਹੈ ਤੇ ਸਾਰਿਆਂ ਦਾ ਸਰੀਰਾਂ ਦੇ ਵਿੱਚ ਖੂਨ ਵਹਿ ਰਿਹਾ ਹੈ ਤੇ ਜਿਹਦੇ ਕਰਕੇ ਇਹਨਾਂ ਦੇ ਸਰੀਰ ਇੱਕੋ ਜਿਹੇ ਇੱਕੇ ਹੀ ਤਰ੍ਹਾਂ ਦੇ ਸਾਰਿਆਂ ਦੇ ਰੰਗ ਬਣ ਗਏ ਹਨ। ਫੈਸਲਾ ਕੁਨ ਲੜਾਈ ਹੈ ਉਹ ਵਿੱਚ ਬਦਲ ਜਾਏਗੀ। ਹੁਣ ਕੋਈ ਵੀ ਪਿੱਛੇ ਨਹੀਂ ਹਟ ਰਿਹਾ ਤੇ ਰੌਲਾ ਪਾਉਂਦੇ ਹੋਏ ਕਹਿਣ ਲੱਗੇ ਪਰੇ ਏਕ ਬਾਰੀ, ਇੱਕੇ ਦਮ ਦੋਨੋਂ ਇੱਕ ਕਰਨ ਵਾਸਤੇ ਚੜ ਪਏ ਹਨ। ਬਕੈ ਮਾਰ ਮਾਰੀ, ਉੱਚੀ ਸਾਰੀ ਆਵਾਜ਼ਾਂ ਦਿੰਦੇ ਹਨ ਜਰਨੈਲ ਕਿ ਭਾਈ ਇਹਨੂੰ ਵੀ ਮਾਰ ਲਓ, ਇਸ ਦਲ ਨੂੰ ਵੀ ਖਤਮ ਕਰ ਲਵੋ ਜੀ। ਤੇ ਤਗੜਾ ਜਿਹੜਾ ਹੱਲਾ ਹੈ ਅਖੀਰ ਵਾਰੀ ਹੋਇਆ ਹੈ ਤੇ ਪਰੀ ਨਾ ਪਛੇਰੇ, ਕੋਈ ਵੀ ਯੋਧਾ ਜਿਹੜਾ ਆਪਣੇ ਪੈਰ ਪਛਾਣ ਨਹੀਂ ਕਰਦਾ ਹੈ। ਬੜੇ ਸ਼ਸਤਰ ਪਾਣੀ, ਵੱਡੀਆਂ ਗੋਲੀਆਂ ਤੇ ਸ਼ਸਤਰਾਂ ਦੇ ਵਾਰ ਗੜਿਆਂ ਦੀ ਤਰ੍ਹਾਂ ਵਰਸ਼ ਤੇ ਹੁਣ ਜਦੋਂ ਕਮਸਾਨ ਦੋਨੋਂ ਦਲ ਤੇਜ਼ੀ ਦੇ ਨਾਲ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਇੱਕ ਦੂਜੇ ਦੇ ਨੇੜੇ ਆ ਗਏ ਹਨ, ਕਹਿਣ ਲੱਗੇ ਕਿ ਹੁਣ ਪਹਿਲਾਂ ਵੀ ਜੰਗ ਦੇ ਮੈਦਾਨ ਦੇ ਵਿੱਚ ਉੱਡ ਰਹੀ ਸੀਗੀ ਪਰ ਹੁਣ ਤਾਂ ਬਹੁਤ ਜ਼ਿਆਦਾ ਧੂੜ ਜੰਗ ਦੇ ਮੈਦਾਨ ਦੇ ਵਿੱਚ ਉੱਡੀ ਹੈ। ਭਾਈਓ ਅੰਧਕਾਰਾ ਵਧੀ ਧੂਮ ਧਾਰਾ, ਤੇ ਅੰਧਕਾਰ ਇੱਕੇ ਦਮ ਇੰਝ ਲੱਗ ਗਿਆ ਜਿਵੇਂ ਰਾਤ ਪੈ ਗਈ ਹੋਵੇ ਤੇ ਜਿਹੜੀ ਧੁੰਮ ਹੈ ਧੂੜ ਹੈ ਉਹ ਕਈ ਗੁਣਾ ਵਧੀ ਹੈ। ਤੇ ਕਹਿਣ ਲੱਗੇ ਸਾਰਿਆਂ ਨੂੰ ਛੁਪਾ ਲਿਆ ਹੈ, ਕਈਆਂ ਥਾਵਾਂ ਤੋਂ ਤਾਂ ਨਜ਼ਰ ਆਉਣਾ ਵੀ ਮੁਸ਼ਕਲ ਹੋ ਗਿਆ ਹੈ, ਇੰਨੀ ਤੇਜ਼ੀ ਦੇ ਨਾਲ ਇੰਨੀ ਧੂੜ ਉੱਡੀ ਹੈ। ਤੇ ਰਾਗ ਮਾਰੂ ਵੱਜਿਆ ਹੈ
ਇੱਕ ਦੂਜੇ ਨੂੰ ਖਤਮ ਕਰਨ ਵਾਸਤੇ ਸਾਰੇ ਯੋਧੇ ਅੱਗੇ ਆਏ ਹਨ। ਜੂਝੈ ਜੁਝਾਰੂ ਤੇ ਸਾਰੇ ਜਿਹੜੇ ਹਨ ਉਹ ਦੇ ਮੈਦਾਨ ਦੇ ਵਿੱਚ ਕਿਸੇ ਨੂੰ ਵੀ ਆਪਣੀ ਮੌਤ ਦਾ ਡਰ ਕੋਈ ਨਹੀਂ ਹੈ। ਇੱਕ ਦੂਜੇ ਦੇ ਨਾਲ ਬੇਖੌਫ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਸਾਰੇ ਯੋਧੇ ਲੜ ਰਹੇ ਸਨ। ਤੇ ਦੋਨਾਂ ਪਾਸਿਆਂ ਤੋਂ ਦਲ ਅੱਗੇ ਆ ਗਏ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਕ੍ਰੋਧ ਹੈ। ਉਹਨਾਂ ਦੇ ਖੂਨ ਦੇ ਨਾਲ ਭਰੇ ਹੋਏ ਹਨ, ਨੇਤਰ ਗੁੱਸੇ ਦੇ ਨਾਲ ਤੇ ਹੋਏ ਹਨ। ਤੇ ਕਰੇ ਲਾਲ ਨੈਣਾ ਬਕੈ ਬੰਕ ਬੈਨਾ, ਕਹਿਣ ਲੱਗੇ ਕਿ ਹੁਣ ਮੂੰਹ ਦੇ ਨਾਲ ਉੱਚੀ ਉੱਚੀ ਰੌਲਾ ਪਾ ਰਹੇ ਹਨ ਕਿ ਭਾਈ ਮਾਰ ਕਰ ਲਓ। ਨੇਤਰ ਸਾਰਿਆਂ ਦੇ ਗੁੱਸੇ ਦੇ ਨਾਲ ਲਾਲ ਹਨ। ਤੇ ਨਾਲ ਕਾਲੇ ਖਾਂ ਵਰਗੇ ਇਸ ਤਰ੍ਹਾਂ ਵੀ ਕਹਿ ਰਹੇ ਹਨ ਕਿ ਗੁਰੂ ਵੀਰ ਗਾਡੋ ਕਹਾਂ ਆਪ ਠਾਡੋ। ਕਹਿਣ ਲੱਗੇ ਕਿਹਾ ਜਾਂਦਾ ਹੈ ਕਿ ਛੇਵੇਂ ਪਾਤਸ਼ਾਹ ਜੀ ਬੜੇ ਬਹਾਦਰ ਯੋਧੇ ਹਨ, ਜੰਗ ਦੇ ਮੈਦਾਨ ਦੇ ਵਿੱਚ ਅੱਗੇ ਹੋ ਕੇ ਲੜਦੇ ਹਨ, ਬੜੇ ਬਹਾਦਰ ਹਨ। ਗੁਰੂ ਵੀਰ ਗਾਡੋ ਲੱਭੋ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਿੱਥੇ ਕੋ ਹਨ। ਗੁਰੂ ਵੀਰ ਗਾਡੋ ਗੁਰੂ ਔਰ ਸਤਿਗੁਰਾਂ ਦੇ ਜਿਹੜੇ ਮਹਾਨ ਬਹਾਦਰ ਯੋਧੇ ਹਨ ਉਹਨਾਂ ਨੂੰ ਜਿੱਤ ਲਓ। ਕਹਾਂ ਆਪ ਠਾਂਡੋ, ਤੇ ਮੈਨੂੰ ਦੱਸੋ ਛੇਵੇਂ ਪਾਤਸ਼ਾਹ ਜੀ ਆਪ ਕਿੱਧਰਲੇ ਪਾਸੇ ਖੜੇ ਹਨ। ਚਲੋ ਤਾਹੇ ਤੀਰੰ ਤੇ ਕਹਿਣ ਲੱਗਾ ਚੱਲ ਕੇ ਉਧਰ ਨੂੰ ਜਾਈਏ ਤੇ ਛੇਵੇਂ ਪਾਤਸ਼ਾਹ ਜੀ ਦੇ ਉੱਪਰ ਵੱਡਾ ਜਾ ਕਰਕੇ ਹਮਲਾ ਕਰੀਏ। ਚਲੋ ਤੀਰੰ, ਛੇਤੀ ਦੇ ਨਾਲ ਉਧਰ ਚੱਲੀਏ। ਤੇ ਕੈਸ ਧੀਰੰ, ਹੁਣ ਥੋੜਾ ਵੀ ਜਿਹੜਾ ਧੀਰਜ ਹੈ ਢਿੱਲ ਨਹੀਂ ਕਰਨੀ ਹੈ। ਜਾਂ ਤਾਂ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਤੇ ਪਕੜ ਲਓ, ਗਾਹੋਂ ਮੇਲ ਕਹਿ ਕਹਿ ਕਿਦੋਂ ਪ੍ਰਾਨ ਕਹਿ ਕਹਿ, ਤੇ ਜਾਂ ਫਿਰ ਪ੍ਰਾਨਾਂ ਦਾ ਹੀ ਅੰਤ ਕਰ ਦਵੋ। ਜਿਸ ਵੀ ਤਰੀਕੇ ਦੇ ਨਾਲ ਤੁਹਾਨੂੰ ਠੀਕ ਲੱਗਦਾ ਹੈ ਸਤਿਗੁਰਾਂ ਨੂੰ ਜਿੱਤਿਆ ਜਾ ਸਕਦਾ ਹੈ, ਉਸੇ ਤਰ੍ਹਾਂ ਆਪਣੇ ਯੋਧਿਆਂ ਨੂੰ ਵੰਗਾਰਦਾ ਹੋਇਆ ਕਾਲੇ ਖਾਂ ਕਹਿ ਰਿਹਾ ਹੈ। ਤੇ ਵੱਡੀ ਜਿਹੜੀ ਜਿੱਤ ਹੈ ਇਹ ਛੇਤੀ ਪ੍ਰਾਪਤ ਕਰ ਲਓ, ਤੇ ਭੋਰਾ ਵੀ ਜਿਹੜਾ ਸਮਾਂ ਹੈ ਉਹ ਅਜਾਈ ਨਾ ਜਾਣ ਦਵੋ ਜੀ। ਤੇ ਕਹਿਣ ਲੱਗੇ ਕਿ ਹੁਣ ਕਹੈ ਸ਼ਤਰੂ ਖੋਟੇ, ਇਹ ਸ਼ਤਰੂ ਇਸ ਤਰ੍ਹਾਂ ਉੱਚੀ ਉੱਚੀ ਪੁਕਾਰਾਂ ਕਰਦੇ ਹੋਏ ਲਗਾਤਾਰ ਅੱਗੇ ਵਧ ਰਹੇ ਸਨ। ਉਦੋਂ ਤੱਕ ਅੱਗੇ ਵਧੇ ਜਬ ਲਓ ਨਾ ਹੋਟੈ, ਜਦੋਂ ਤੱਕ ਬਾਬਾ ਬਿਧੀ ਚੰਦ ਜੀ ਤੇ ਗੁਰੂ ਕਾ ਯੋਧਾ ਭਾਈ ਮੇਹਰਾ ਜੀ ਤੇ ਭਾਈ ਅਮੀਆ ਜੀ ਦੇ ਦਲ ਦੇ ਕੋਲ ਨਹੀਂ ਪਹੁੰਚ ਗਏ। ਉਦੋਂ ਤੱਕ ਤਾਂ ਲਲਕਾਰੇ ਮਾਰਦੇ ਹੋਏ ਬੜੀ ਤੇਜ਼ੀ ਦੇ ਨਾਲ ਆ ਰਹੇ ਸਨ। ਜਦੋਂ ਗੁਰੂ ਕਾ ਦਲ ਆਇਆ ਅੱਗੇ ਔਰ ਗੁਰੂ ਕੇ ਯੋਧਿਆਂ ਨੇ ਫਿਰ ਇਹਨਾਂ ਦੀ ਤਰ੍ਹਾਂ ਤੇਜ਼ੀ ਦੇ ਨਾਲ ਘੋੜੇ ਅੱਗੇ ਭਜਾਏ ਹਨ। ਤੇ ਇਸ ਤਰ੍ਹਾਂ ਮਾਰ ਧਾੜ ਕਰਦੇ ਹੋਏ ਲਲਕਾਰਦੇ ਹੋਏ ਨਗਾਰੇ ਵਜਾਉਂਦੇ ਹੋਏ ਦੋਨੋਂ ਜਿਹੜੇ ਦਲ ਸਨ ਇੱਕ ਜਗ੍ਹਾ ਤੇ ਆ ਕਰਕੇ ਗਏ ਹਨ। ਜਦੋਂ ਤਾਂ ਜੰਗ ਦੇ ਮੈਦਾਨ ਦੇ ਵਿੱਚ ਦੂਰ ਸਨ ਉਦੋਂ ਗੋਲੀਆਂ ਤੇ ਤੀਰਾਂ ਦੇ ਵਾਰ ਕਰਦੇ ਸਨ। ਜਰਾ ਕੋ ਨੇੜੇ ਹੋ ਕਰਕੇ ਨੇਜ਼ਾਂ ਦੇ ਵਾਰ ਕੀਤੇ ਗਏ ਹਨ। ਹੁਣ ਯੋਧੇ ਆਪਸ ਦੇ ਵਿੱਚ ਮਿਲ ਗਏ ਹਨ। ਘਮਸਾਨ ਦਾ ਯੁੱਧ ਤਲਵਾਰਾਂ ਦੇ ਨਾਲ ਖੰਡਿਆਂ ਦੇ ਨਾਲ ਇੱਕਦਮ ਆਰੰਭ ਹੋਇਆ ਹੈ। ਤੇ ਸਾਰੇ ਆਪਸ ਦੇ ਵਿੱਚ ਮਿਲ ਕੇ ਇੱਕ ਤਗੜਾ ਦਲ ਬਣਾ ਕਰਕੇ ਗੁਰੂ ਕੀ ਸੈਨਾ ਨੂੰ ਜਿੱਤਣ ਦੀ ਆਸ ਲੈ ਕਰਕੇ ਆਏ ਹਨ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਮਹਾਨ ਯੋਧੇ ਸਨ, ਗੁਰੂ ਕੇ ਜਿਹੜੇ ਜਰਨੈਲ ਸੈਨਾਪਤੀ ਸਨ, ਜਦੋਂ ਇੰਨਾ ਤਗੜਾ ਹਮਲਾ ਹੋਇਆ ਹੈ ਤੇ ਉਹਨਾਂ ਦੇ ਅੰਦਰ ਵੀ ਵੀਰ ਰਸ ਜਾਗਿਆ। ਉਹ ਸਹਾਰ ਨਹੀਂ ਸਕੇ ਇਸ ਹੱਲੇ ਨੂੰ। ਤੇ ਦੁਸ਼ਮਣਾਂ ਜਿਹੜੇ ਇਸ ਤਰ੍ਹਾਂ ਉੱਚੀ ਉੱਚੀ ਵੰਗਾਰ ਰਹੇ ਸਨ ਉਹ ਵੀ ਪ੍ਰਾਣਾਂ ਦੀ ਪਰਵਾਹ ਨਾ ਕੀਤਿਆਂ ਹੋਇਆ
ਅੱਗੇ ਜਾ ਕਰਕੇ ਲੜ ਪਏ ਹਨ। ਜੁਗ ਕੋ ਬਾਂਧ ਨਿਸੰਗ ਗਏ ਵੰਦ ਆਗੇ ਤੂਫਾਨ ਸਮੂਹ ਚਲਾਏ। ਤੇ ਗੁਰੂ ਕੇ ਯੋਧਿਆਂ ਨੇ ਵੀ ਇੱਕ ਦੁਸ਼ਮਣਾਂ ਦੇ ਵਾਂਗ ਟੋਲਾ, ਇੱਕ ਛੋਟਾ ਜਿਹਾ ਜਿਹੜਾ ਦਲ ਹੈ ਉਹ ਬਾਬਾ ਬਿਧੀ ਚੰਦ ਜੀ ਵਰਗੇ ਯੋਧਿਆਂ ਨੇ ਇੱਕ ਬਣਾਇਆ ਹੈ, ਉਹਨਾਂ ਦੀ ਤਰ੍ਹਾਂ ਅੱਗੇ ਹੋਏ ਹਨ ਤੇ ਬਹੁਤ ਵੱਡਾ ਤਗੜਾ ਜਿਹੜਾ ਪ੍ਰਹਾਰ ਉਹਨਾਂ ਤੇ ਕੀਤਾ ਹੈ। ਜੋ ਬੁਲ ਕਾ ਛੂਟ ਛੂਟ ਗਈ ਤੁਰ ਕਾਨ ਕੇ ਅੰਗ ਸਭੀ ਲੱਗ ਜਾਏ। ਤੇ ਇਹਨਾਂ ਨੇ ਆਉਂਦਿਆਂ ਸਾਰੀ ਕੀਤਾ ਸੀਗਾ, ਜਿਹਦੇ ਕਰਕੇ ਦੁਸ਼ਮਣਾਂ ਦਾ ਜਿਹੜਾ ਦਲ ਹੈ ਇੱਕ ਵਾਰੀ ਬਾਬਾ ਬਿਧੀ ਚੰਦ ਜੀ ਵਰਗੇ ਯੋਧਿਆਂ ਨੇ ਇੱਕ ਵਾਰੀ ਦੁਸ਼ਮਣਾਂ ਦਾ ਦਲ ਨਖੇੜ ਦਿੱਤਾ ਹੈ। ਤੇ ਨੇੜੇ ਆ ਕਰਕੇ ਖੰਡਿਆਂ ਦੇ ਨਾਲ ਤੇ ਤਲਵਾਰਾਂ ਦੇ ਨਾਲ ਗੁਰੂ ਕੇ ਯੋਧਿਆਂ ਨੇ ਇਸ ਢੰਗ ਦੇ ਨਾਲ ਜੋਸ਼ ਦੇ ਵਿੱਚ ਆ ਕਰਕੇ ਵਾਰ ਕੀਤੇ ਹਨ। ਉਹਨਾਂ ਦੇ ਸਿਰ ਧੜਾਂ ਤੋਂ ਇਸ ਤਰ੍ਹਾਂ ਡਿੱਗ ਰਹੇ ਸਨ। ਕਵੀ ਜੀ ਨੇ ਇੱਥੇ ਇੱਕ ਉਦਾਹਰਨ ਦਿੱਤੀ ਹੈ, ਕਹਿਣ ਲੱਗੇ ਜਿਸ ਤਰ੍ਹਾਂ ਕਿਸੇ ਬ੍ਰਿਛ ਦੇ ਉੱਪਰ ਪੱਕਿਆ ਹੋਇਆ ਫਲ ਲੱਗਿਆ ਹੋਵੇ ਤੇ ਟਾਹਣੀ ਨੂੰ ਜਿਸ ਤਰ੍ਹਾਂ ਹਿਲਾਈਦਾ ਹੈ ਫਲ ਧਰਤੀ ਤੇ ਡਿੱਗਦਾ ਹੈ, ਇਸੇ ਤਰ੍ਹਾਂ ਜਿਹੜਾ ਦੁਸ਼ਮਣ ਹੈ ਉਹਨਾਂ ਦੇ ਸਿਰ ਔਰ ਸਰੀਰਾਂ ਦੇ ਅੰਗ ਧਰਤੀ ਤੇ ਡਿੱਗ ਰਹੇ ਸਨ। ਤੇ ਕਾਲੀ ਦੇ ਨਾਲ ਦੋਨਾਂ ਪਾਸਿਆਂ ਤੋਂ ਗੋਲੀਆਂ ਦੇ ਵਿੱਚ ਜਿਹੜਾ ਬਰੂਦ ਹੈ ਬੰਦੂਕਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਤੇ ਖਿੱਚ ਖਿੱਚ ਕੇ ਗੱਜ ਪਲੀਤੇ ਤਖਾ ਕਰਕੇ ਇੱਕਦਮ ਛੱਡਦੇ ਹਨ ਤੇ ਤੇਜ਼ੀ ਦੇ ਨਾਲ ਤਗੜਾ ਜਿਹੜਾ ਇੱਕ ਦੂਜੇ ਤੇ ਹੱਲਾ ਕੀਤਾ ਗਿਆ ਹੈ। ਦੋਨੋਂ ਦਲ ਇੱਕ ਦੂਜੇ ਦੇ ਜਿਹੜੇ ਯੋਧੇ ਸਨ ਉਹਨਾਂ ਤੇ ਵਾਰ ਕਰ ਰਹੇ ਹਨ ਤੇ ਕਮਸਾਨ ਦਾ ਸਿਖਰ ਵਾਲਾ ਜਿਹੜਾ ਯੁੱਧ ਹੈ ਉਹ ਹੁਣ ਹੋਇਆ ਹੈ। ਦੋਨਾਂ ਫੌਜਾਂ ਨੇ ਆਪਣੀ ਸਾਰੀ ਸੈਨਾ ਇੱਕ ਜਗ੍ਹਾ ਤੇ ਇਕੱਤਰ ਕਰਕੇ ਤੇ ਅਖੀਰਲਾ ਹੱਲਾ ਦੁਪਹਿਰ ਦੇ ਸਮੇਂ ਤਕਰੀਬਨ ਪਹਿਰ ਰਾਤ ਰਹਿੰਦੀ ਹੈ, ਅੱਧੀ ਰਾਤ ਤੋਂ ਬਾਅਦ ਵਿੱਚ ਜੰਗ ਆਰੰਭ ਹੋਇਆ ਹੈ ਤੇ ਦੁਪਹਿਰ ਦਾ ਸਮਾਂ ਹੋ ਚੁੱਕਾ ਹੈ। ਇਸ ਵੇਲੇ ਹੁਣ ਅਖੀਰਲਾ ਸਿਖਰ ਵਾਲਾ ਇੱਕ ਕਮਸਾਨ ਦਾ ਹੱਲਾ ਹੋਇਆ ਹੈ। ਇੱਧਰ ਖਾਂ ਬਚੇ ਹੋਏ ਜਰਨੈਲ ਹਨ, ਇੱਧਰ ਬਾਬਾ ਬਿਧੀ ਚੰਦ ਜੀ, ਭਾਈ ਮੇਹਰਾ ਜੀ ਤੇ ਭਾਈ ਅਮੀਆਂ ਜੀ ਅੱਗੇ ਗਏ ਹਨ ਔਰ ਇਹਨਾਂ ਦਲਾਂ ਦਾ ਜਿਸ ਤਰ੍ਹਾਂ ਮੁਕਾਬਲਾ ਹੁੰਦਾ ਹੈ ਫਿਰ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹਨਾਂ ਦੇ ਨਾਲ ਜਿਸ ਤਰ੍ਹਾਂ ਮੁਕਾਬਲਾ ਹੋਏਗਾ ਤੇ ਜੰਗ ਦਾ ਕਿਸ ਤਰ੍ਹਾਂ ਅੰਤ ਹੋਏਗਾ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਆਪ ਸਮੂਹ ਸੰਗਤ ਦਾ ਸ਼ੁਕਰਾਨਾ ਧੰਨਵਾਦ। ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਜੀ। ਆਓ ਅਖੀਰ ਦੇ ਵਿੱਚ ਕੁਝ ਕੁ ਸਮਾਂ ਆਪਾਂ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਭਾਵਨਾ ਸਹਿਤ ਸਾਰੀ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਜੀ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਚੜ੍ਹਦੀ ਕਲਾ ਤੇਰੇ ਭਾਣੇ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।